ਸਤਿ ਸ਼੍ਰੀ ਅਕਾਲ ਜੀ। ਪੰਜਾਬ ਮੇਲ USA TV ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਮੈਂ ਗਗਨਦੀਪ ਸੋਂਧੀ ਕਰੰਟ ਨਿਊਜ਼ ਐਂਡ ਵਿਊਜ਼ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ ਸਾਰੇ ਦਰਸ਼ਕਾਂ ਦਾ। ਸੋ ਜਦੋਂ ਅਸੀਂ ਕਰੰਟ ਨਿਊਜ਼ ਦੀ ਵਿਊਜ਼ ਦੀ ਗੱਲ ਕਰਦੇ ਹਾਂ, ਨਿਊਜ਼ ਤਾਂ ਹੁੰਦੀਆਂ ਯਾਨੀ ਕਿ ਖਬਰਾਂ ਹੁੰਦੀਆਂ ਨੇ, ਭਖਦੇ ਮਸਲੇ ਹੁੰਦੇ ਨੇ ਔਰ ਉਹਨਾਂ ਉੱਤੇ ਵਿਚਾਰ ਵਟਾਂਦਰਾ ਕਰਨ ਵਾਸਤੇ ਇੱਕ ਮੁਅੱਜ਼ਜ਼ ਮਹਿਮਾਨ ਵੀ ਹੁੰਦੇ ਨੇ। ਜਤਿੰਦਰ ਸਿੰਘ ਖਹਿਰਾ ਜੀ ਮੇਰੇ ਨਾਲ ਨੇ ਔਰ ਖਹਿਰਾ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ। ਬਾਕੀ ਦਰਸ਼ਕਾਂ ਦੀ ਜ਼ਿੰਮੇਵਾਰੀ ਹੈ ਕਿ ਦਰਸ਼ਕ ਸਾਨੂੰ ਦੇਖ ਰਹੇ ਨੇ, ਸਾਨੂੰ ਜ਼ਰੂਰ ਉਹ ਨਿਵਾਜਣਗੇ ਕਿ ਹਾਂ ਵੀ ਹੁਣ ਆ ਗਏ ਆ ਕੁਝ ਨਾ ਕੁਝ ਚੰਗੀਆਂ ਗੱਲਾਂ, ਕੋਈ ਭਖਦੇ ਹੋਏ ਮੁੱਦੇ ਸਾਡੇ ਨਜ਼ਰ ਜ਼ਰੂਰ ਕਰਨਗੇ। बहुत बहुत शुक्रिया गगन जी और सारे तमाम ਜਿਹੜੇ ਸਾਨੂੰ ਦੇਖ ਰਹੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਜਦੋਂ ਤੁਸੀਂ ਇੰਟਰੋ ਕਰਦੇ ਹੋ ਜਿੱਦਾਂ ਬੋਲ ਕੇ ਨਾ ਵੱਡੀਆਂ ਵੱਡੀਆਂ ਗੱਲਾਂ ਕਰਦੇ ਹੋ, ਮੈਨੂੰ ਲੱਗਦਾ ਸਾਰੀਆਂ ਗੱਲਾਂ ਚੰਗੀਆਂ ਤਾਂ ਤੁਸੀਂ ਆਪਣੀ ਇਸ ਇੰਟਰੋ 'ਚ ਹੀ ਕਰ ਦਿੰਦੇ ਹੋ। ਅਤੇ ਬਾਕੀ ਮੈਨੂੰ ਅੱਜ ਬੜੀ ਚੰਗੀ ਚੀਜ਼ ਇੱਕ ਲੱਗੀ ਆ, ਉਹ ਜਦੋਂ ਮੈਂ ਨਾ ਪ੍ਰਾਇਮਰੀ ਸਕੂਲੇ ਪੜ੍ਹਦਾ ਹੁੰਦਾ ਸੀਗਾ ਅਤੇ ਅਸੀਂ ਨਾ ਲਮਕਾ ਕੇ ਬੋਲਦੇ ਹੁੰਦੇ ਸੀਗੇ, ਸਾਵਧਾਨ ਵਿਸ਼ਰਾਮ। ਉਹ ਫਿਰ ਹੁੰਦਾ ਕਿ ਕਰੀ ਕਹਿੰਦੇ ਹੁੰਦੇ ਸੀ, ਅੰਗਰੇਜ਼ੀ ਨਵੀਂ ਨਵੀਂ ਜਦੋਂ ਸਿੱਖੀ ਸੀਗੀ ਹਾਂਜੀ, ਅਤੇ ਮੈਡਮ ਨੇ ਆਉਣਾ ਅਤੇ ਅਸੀਂ ਸਾਰਿਆਂ ਨੇ ਖੜ੍ਹੇ ਹੋਣਾ ਅਤੇ ਮੈਡਮ ਨੇ ਕਹਿਣਾ ਬੈਠ ਜਾਓ, ਫਿਰ ਕਹਿਣਾ ਥੈਂਕ ਯੂ ਮੈਡਮ। ਤੁਹਾਡਾ ਵੀ ਉਹ ਮੈਨੂੰ ਅੱਜ ਸਾਰਿਆਂ ਵਾਲਾ ਇਹਦਾ ਲਿਖਿਆ ਵੀ ਸਾਰਿਆਂ ਦਾ ਤੁਸੀਂ ਵੀ ਲਮਕਾ ਕੇ ਜੇ ਬੋਲਿਆ, ਉਹ ਜ਼ਿਆਦਾ ਤਾਜ਼ੀਆਂ ਹੋ ਗਈਆਂ। ਤੁਸੀਂ ਦੇਖ ਲਓ, ਇਹੀ ਜਿਹੜੀ ਹੈ ਨਾ ਆਪਾਂ ਸਿੱਖਿਆ ਲੈਂਦੇ ਹੁੰਦੇ ਸੀਗੇ, ਜਦੋਂ ਕਿਸੇ ਨੂੰ ਦੂਰੀ ਦਾ ਅਹਿਸਾਸ ਕਰਾਉਣਾ ਤਾਂ ਫਿਰ ਕਹਿਣਾ ਦੂਰ ਆ। ਉਸ ਤੋਂ ਬਾਅਦ ਵਿੱਚ ਜੇ ਕਿਸੇ ਨੂੰ ਅਸੀਂ ਖੂਬਸੂਰਤ ਕਹਿਣਾ ਤਾਂ ਕਹਿਣਾ ਖੂਬਸੂਰਤ ਹੈ ਨਾ। ਸੋ ਇਹ ਲਫ਼ਜ਼ ਹੀ ਹੈਗੇ ਆ ਜੀ, ਇਹਨਾਂ ਨਾਲ ਹੀ ਆਪਾਂ ਦਿਲ ਜਿੱਤਣੇ ਆ। ਸੋ ਖੈਰ ਆਪਾਂ ਜਦੋਂ ਮੁੱਦਿਆਂ ਦੀ ਗੱਲ ਕਰਦੇ ਹਾਂ ਤਾਂ ਆਪਾਂ ਸਾਂਝੇ ਹੋ ਕੇ, ਆਪਾਂ ਇਕਜੁੱਟ ਹੋ ਕੇ ਇੱਕ ਝੰਡੇ ਹੇਠਾਂ ਇਕੱਠੇ ਹੋ ਜਾਂਦੇ ਆ। ਕਹਿੰਦੇ ਹੁੰਦੇ ਆ ਵੀ ਕਾਹਨੂੰ ਖਿੱਚਦੀ ਤੂੰ ਪਰਮਾਤਮਾ, ਗੋਰੇ ਕਾਲੇ ਦੇ ਵਿੱਚ ਲੀਕ, ਇੱਥੇ ਕੁਝ ਨੇ ਲੋਕ ਸਨਿਚਰੀ ਤੇ ਕੁਝ ਲੋਕ ਮੰਗਲੀਕ, ਇੱਥੇ ਅਮਰੀਕਾ ਦੇ ਨਾਂ ਤੋਂ ਰੱਖਦੇ ਪੁੱਤ ਦਾ ਨਾਮ ਅਮਰੀਕ। ਅੱਛਾ, ਫਿਰ ਮੈਨੂੰ ਲੱਗਦਾ ਸਾਡੀ ਆਡੀਅנס ਵੀ ਅਮਰੀਕਨ ਆ, ਥੋੜਾ ਜਿਹਾ ਧਿਆਨ ਦੇ ਨਾਲ। ਅੱਛਾ, ਸੋ ਇੱਥੇ ਆਪਾਂ ਹੁਣ ਗੱਲਬਾਤ ਜਦੋਂ ਸ਼ੁਰੂ ਕਰਨੀ ਹੈ ਨਾ, ਤੇ ਬਹੁਤ ਵੱਡੀ ਇੱਕ ਤਰਾਸਦੀ ਦੀ ਗੱਲ ਜਿਹੜੀ ਹੈ ਨਾ ਉਹ ਕਰਨੀ ਹੈ, ਕਿਉਂਕਿ ਬਹੁਤ ਵੱਡਾ ਦੁੱਖ ਹੋਇਆ ਉਹ ਖਬਰ ਸੁਣ ਕੇ। ਜਦੋਂ ਆਪਾਂ ਟੈਕਸਸ ਦੀ ਖਬਰ ਸੁਣੀ ਨਾ, ਤੇ ਕਿੱਦਾਂ ਦੀ ਸੀਗੀ ਉਹ ਖਬਰ, ਕਿਸ ਤਰੀਕੇ ਦੇ ਨਾਲ ਉਹ ਸਾਰਾ ਕੁਝ ਭਾਣਾ ਵਾਪਰਿਆ? ਦੇਖੋ, ਟੈਕਸਾਸ ਦੀ ਖਬਰ ਪੂਰੀ ਦੁਨੀਆ ਨੂੰ ਇੱਕ ਤਰੀਕੇ ਦੇ ਨਾਲ ਅਚੰਭੇ 'ਚ ਛੱਡ ਗਈ ਆ। ਇਹ ਪਹਿਲੀ ਵਾਰੀ ਨਹੀਂ ਹੋਇਆ ਵੈਸੇ, ਜੇ ਅਸੀਂ ਗੱਲ ਕੀਤੀ ਜਾਵੇ। ਇਸ ਤੋਂ ਪਹਿਲਾਂ ਥੋੜ੍ਹੇ ਦਿਨ ਨਿਊਯਾਰਕ ਦੇ ਵਿੱਚ ਹੋਇਆ ਸੀਗਾ, ਉਹ ਵੀ ਟੀਨਏਜਰ ਹੀ ਸੀਗਾ ਜਾਂ ਟੋਟਲਰ ਕਹਿ ਲਓ, ਉਹਨੇ ਵੀ 10 ਲੋਕਾਂ ਨੂੰ ਜਿਹੜਾ ਸੀਗਾ ਇਸੇ ਮੰਜ਼ਰ ਨੂੰ ਜਿਹੜਾ ਸੀਗਾ ਪਹੁੰਚਾਇਆ ਸੀਗਾ ਜੀ। ਹੁਣ ਜਦੋਂ ਅਸੀਂ ਟੈਕਸਾਸ ਦੀ ਗੱਲ ਕਰਦੇ ਹਾਂ ਅਤੇ ਇਹ ਜਿਹੜਾ ਇਹ ਹੁਣ ਮੁੰਡਾ ਨਵਾਂ ਨਿਕਲਿਆ ਆ, ਇਹ ਵੀ ਸੇਮ ਉਸੇ ਲੀਹ ਦੇ ਉੱਤੇ ਚੱਲਿਆ। 18 ਸਾਲਾਂ ਦਾ ਮੁੰਡਾ ਆ। ਪਰ ਮੈਂ ਕੱਲ੍ਹ ਵੀ ਜਿੱਦਣ ਪਹਿਲੇ ਦਿਨ ਇਹ ਘਟਨਾ ਹੋਈ, ਮੈਂ ਉਦੋਂ ਵੀ ਇਹ ਕਿਹਾ ਸੀਗਾ ਕਿ ਤੁਸੀਂ ਜਦੋਂ ਕੰਡੇ ਬੀਜਦੇ ਆ ਤਾਂ ਫੁੱਲਾਂ ਦੀ ਆਸ ਨਹੀਂ ਕਰਨੀ ਚਾਹੀਦੀ। ਬਿਲਕੁਲ, ਹੈ ਨਾ। ਤੁਸੀਂ ਜੇ ਕੰਡੇ ਬੀਜੇ ਤਾਂ ਕੰਡੇ ਹੀ ਮਿਲਦੇ ਆ, ਕਿਉਂਕਿ ਕੁਦਰਤ ਦਾ ਅਸੂਲ ਹੈ। ਜੇ ਤੁਸੀਂ ਹਾਸੇ ਵੰਡਦੇ ਹੋ ਹਾਸੇ ਮਿਲਦੇ ਆ, ਦੁੱਖ ਵੰਡਦੇ ਹੋ ਦੁੱਖ ਮਿਲਦੇ ਆ। ਜਿੱਦਾਂ ਦਾ ਬੀਜਣਾ ਉੱਦਾਂ ਦਾ ਹੀ ਕੱਟਣਾ, ਇਹ ਤਾਂ ਚੱਲਦੀ ਆਈ ਆ। ਹੁਣ ਅਮਰੀਕਾ ਦੁਨੀਆ ਭਰ ਦੇ ਵਿੱਚ ਹਥਿਆਰਾਂ ਦੇ ਲਈ ਜਾਣਿਆ ਜਾਂਦਾ। ਉੱਥੇ ਇੱਕ ਰੂਲ ਆ, ਸ਼ਾਇਦ ਤੁਹਾਨੂੰ ਵੀ ਗਗਨ ਜੀ ਪਤਾ ਹੋਵੇਗਾ, ਕਿ 21 ਸਾਲ ਤੋਂ ਪਹਿਲਾਂ ਤੁਸੀਂ ਲਿਕਰ ਨਹੀਂ ਖਰੀਦ ਸਕਦੇ, ਸ਼ਰਾਬ ਨਹੀਂ ਖਰੀਦ ਸਕਦੇ ਜੀ, ਹੈ ਨਾ। ਅਤੇ ਪਰ ਜਦੋਂ ਉੱਥੇ ਤੁਹਾਡਾ ਲਾਇਸੈਂਸ ਵਗੈਰਾ ਦੇਖਿਆ ਜਾਂਦਾ, ਤੁਹਾਡੀ ਆਈਡੈਂਟੀਟੀ ਦੇਖੀ ਜਾਂਦੀ ਆ ਜਦੋਂ ਤੁਸੀਂ ਲੈਣ ਜਾਂਦੇ ਹੋ। ਹਾਂਜੀ, ਪਰ ਉੱਥੇ ਤੁਸੀਂ ਹਥਿਆਰ ਖਰੀਦ ਸਕਦੇ ਹੋ 18 ਸਾਲ ਤੋਂ ਥੱਲੇ। ਜਦੋਂ ਤੱਕ ਤੁਸੀਂ 18 ਸਾਲਾਂ ਦੇ ਹੋਗੇ ਤੁਸੀਂ ਹਥਿਆਰ ਖਰੀਦ ਸਕਦੇ ਹੋ ਜੀ। ਸੋ ਇਹ ਤਰਾਸਦੀ ਤਾਂ ਹੈ, ਕਿਉਂਕਿ ਜਿਹੜੀ ਚੀਜ਼ ਜਿੱਥੇ ਜ਼ਿਆਦਾ ਆ ਉੱਥੇ ਹੀ ਉਹਦਾ ਅਸਰ ਜ਼ਿਆਦਾ ਹੋਣਾ ਹੈ। ਹੁਣ ਦੁਨੀਆ ਨੂੰ ਹਥਿਆਰ ਵੇਚਣੇ ਤਾਂ ਅਸੈਂਬਲ ਤਾਂ ਉੱਥੇ ਹੀ ਹੋਣੇ ਆ। ਕੋਲਿਆਂ ਦੀ ਦਲਾਲੀ ਦੇ ਵਿੱਚ ਆਪਣਾ ਮੂੰਹ ਤਾਂ ਕਾਲਾ ਹੋਣਾ ਹੀ ਆ। ਹੁਣ ਜੇ ਅਸੀਂ ਚਾਈਨਾ ਦੀ ਗੱਲ ਕਰਦੇ ਹਾਂ, ਅਸੀਂ ਕਹਿੰਦੇ ਚਾਈਨੀਜ਼ ਆਰ ਬੜੇ ਟੈਕਨੋਲੋਜੀ ਦੇ ਵਿੱਚ ਬੜੇ ਹੱਥ ਉਹਨਾਂ ਦੇ ਚੰਗੇ ਆ। ਹਾਂਜੀ, ਤੇ ਉਹ ਘਰ ਬੈਠੇ ਕਹਿੰਦੇ ਜੀ ਕੰਪਿਊਟਰ ਬਣਾ ਲੈਂਦੇ ਆ, ਉਹਨਾਂ ਦੇ ਡਾਈਨਿੰਗ ਟੇਬਲ ਤੇ ਕੰਪਿਊਟਰ ਪਿਆ ਹੁੰਦਾ ਹੈ, ਮਤਲਬ ਟੈਕਨੋਲੋਜੀ ਦੇ ਨਾਲ ਇੰਨੇ ਆ। ਪੰਜਾਬ ਦੀ ਗੱਲ ਕਰ ਲਈਏ, ਅਸੀਂ ਐਗਰੀਕਲਚਰ ਬੈਕਗਰਾਊਂਡ ਤੋਂ ਆਉਂਦੇ ਹਾਂ, ਖੇਤੀਬਾੜੀ ਤੋਂ ਆਉਂਦੇ ਹਾਂ। ਇੱਥੇ ਅਸੀਂ ਖੇਤਾਂ ਦੇ ਵਿੱਚ ਸਾਨੂੰ ਸਾਰੀਆਂ ਚੀਜ਼ਾਂ ਪਤਾ ਹੁੰਦੀਆਂ। ਆਲੂ ਘਰਾਂ ਦੇ ਵਿੱਚ ਆਮ ਪਏ ਹੁੰਦੇ ਆ, ਕਣਕ ਸਾਡੇ ਕੋਲੇ ਜਿੰਨੀ ਲੋੜ ਹੁੰਦੀ ਉਹ ਤੋਂ ਜ਼ਿਆਦਾ ਪਈ ਹੁੰਦੀ ਆ। ਸੋ ਇਹੀ ਅਮਰੀਕਾ ਦੇ ਵਿੱਚ ਫਿਰ ਹਥਿਆਰ ਆ, ਅਤੇ ਹਥਿਆਰ ਉਨੇ ਜ਼ਿਆਦਾ ਲੋਕਾਂ ਦੇ ਕੋਲ ਜਿੰਨੇ ਲੋੜ ਨਹੀਂ ਹੁੰਦੀ ਉਹ ਤੋਂ ਜ਼ਿਆਦਾ ਆ। ਹੁਣ ਅਮਰੀਕਨ ਆਬਾਦੀ ਦੀ ਗੱਲ ਕੀਤੀ ਜਾਵੇ ਤਾਂ ਗਗਨ ਜੀ, ਅਮਰੀਕਨ ਆਬਾਦੀ ਜਿਹੜੀ ਅੱਜ ਅਖਬਾਰਾਂ ਦੇ ਵਿੱਚ ਜਿਹੜੀ ਨਸ਼ਰ ਹੋਈ ਆ, ਉਹ ਕਹਿੰਦੇ ਜੀ 30 ਕਰੋੜ ਆਬਾਦੀ ਆ ਜੀ, ਅਤੇ ਲੋਕਾਂ ਦੇ ਕੋਲ 40 ਜਾਂ 44 ਕਰੋੜ ਦੇ ਹਥਿਆਰ ਆ। ਤੁਸੀਂ ਦੇਖ ਲਓ ਵੀ ਜਿਹੜੇ ਇਹ ਹਥਿਆਰ ਆ। ਫਿਰ ਉੱਥੇ ਇਹ ਵੀ ਗੱਲ ਆ ਕਿ ਪਿਛਲੇ ਕਈ ਦਹਾਕਿਆਂ ਤੋਂ 26,000 ਜਿਹੜੇ ਹਥਿਆਰ ਇੱਦਾਂ ਦੇ ਫੜੇ ਸੀਗੇ ਜਿਹੜੇ ਅਸੈਂਬਲ ਹਥਿਆਰ ਸੀਗੇ। ਓਕੇ, ਹੁਣ ਸਵਾਲ ਆਉਂਦਾ ਕਿ ਅਸੈਂਬਲ ਹਥਿਆਰ ਕੀ ਹੁੰਦੇ ਆ? ਅਸੈਂਬਲ ਹਥਿਆਰ ਹੁੰਦੇ ਕਿ ਤੁਸੀਂ ਪਾਰਟ ਮੰਗਾ ਲੈਂਦੇ ਆ ਅਤੇ ਪਾਰਟਸ ਮੰਗਾ ਕੇ ਅਸੈਂਬਲ ਕਰ ਲਓ ਜੀ ਜੀ। ਕਿਉਂਕਿ ਹੁਣ ਜਦੋਂ ਅਸੀਂ ਕਹਿੰਦੇ ਹਾਂ ਕਿ ਲਾਇਸੈਂਸ ਹਥਿਆਰ ਜਾਂ ਫਿਰ ਉਹ ਟਰੈਕਿੰਗ ਹਥਿਆਰ ਜਦੋਂ ਜਿਹੜੇ ਅਸੀਂ ਬਿਲਡ ਲੈਂਦੇ ਹਾਂ, ਉਹ ਹਰ ਹਥਿਆਰ ਦੇ ਉੱਤੇ ਅਮਰੀਕਾ ਦਾ ਸਿਸਟਮ ਬਹੁਤ ਚੰਗਾ ਆ। ਚਾਹੇ ਤੁਸੀਂ ਗੱਡੀ ਲਓ,
ਚਾਹੇ ਤੁਸੀਂ ਕੋਈ ਵੀ ਪੁਰਜਾ ਲਓ, ਚਾਹੇ ਤੁਸੀਂ ਕਢਾਉਣਾ ਲੈ ਲਓ ਜੀ, ਹਰ ਚੀਜ਼ ਦੇ ਉੱਤੇ ਨਾ ਇੱਕ ਚੈਸੀ ਨੰਬਰ ਜਿਹਨੂੰ ਅਸੀਂ ਕਹਿੰਦੇ ਆ ਨਾ, ਬਾਰਕੋਡ ਜਾਂ ਸੈਟ ਨੰਬਰ ਜਾਂ ਹੈ ਨਾ, ਜਿਹਨੂੰ ਸਪੇਅਰ ਪਾਰਟ ਨੰਬਰ ਅਸੀਂ ਕਹਿੰਦੇ ਆ, ਉਹ ਸਪੇਅਰ ਪਾਰਟ ਨੰਬਰ ਹੁੰਦਾ ਹੈ ਜੀ। ਹੁਣ ਇਹਦੇ ਉੱਤੇ ਉਹ ਜਿਹੜੇ ਤਾਂ ਬਿਲਡ ਲੈਂਦੇ ਪੂਰੀ ਤਰ੍ਹਾਂ ਬਣੇ ਲੈਂਦੇ ਉਹਨਾਂ ਦੇ ਉੱਤੇ ਤਾਂ ਸਪੇਅਰ ਪਾਰਟ ਨੰਬਰ ਹੁੰਦਾ ਆ ਹਾਂਜੀ, ਪਰ ਜਿਹੜੇ ਅਸੈਂਬਲ ਕੀਤੇ ਹੁੰਦੇ ਇਹਨਾਂ ਦੇ ਉੱਤੇ ਸਪੇਅਰ ਪਾਰਟ ਨੰਬਰ ਵੀ ਨਹੀਂ ਹੈ। ਸੋ ਫਿਰ ਇਹਨਾਂ ਨੂੰ ਸੰਭਾਲਣਾ, ਇਹਨਾਂ ਨੂੰ ਪੁੱਛਗਿੱਛ ਕਰਨੀ, ਇਹਨਾਂ ਦਾ ਪਤਾ ਲਗਾਉਣਾ, ਟਰੈਕਿੰਗ ਕਰਨੀ ਬਹੁਤ ਔਖੀ ਹੈ। ਤੁਸੀਂ ਦੇਖ ਲਓ ਵੀ ਜਦੋਂ ਨਾ ਅਸੀਂ ਹੁਣ ਤਾਂ ਆਪਾਂ ਅਮਰੀਕਾ ਦੀ ਗੱਲ ਕਰਦੇ ਹਾਂ, ਪਰ ਉਹਦੇ ਨਾਲ ਨਾਲ ਅਸੀਂ ਪੰਜਾਬ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤੇ ਸਾਡੇ ਬੜੇ ਨਾ ਦਿਲ ਨਰਮ ਆ, ਭਾਈਚਾਰੇ ਨਾਲ ਭਰੇ ਹੋਏ ਆ, ਪਿਆਰ ਨਾਲ ਭਰੇ ਹੋਏ ਆ। ਉਹ ਬੰਦਾ ਕਿਤੇ ਕਿਉਂ ਮਿਆਰ ਸੀ ਤੇ ਉਹ ਬਣਾਉਣ ਲੱਗ ਪਿਆ ਚਿਲਮ, ਤੇ ਫਿਰ ਉਹਦੇ ਮਨ ਦੇ ਵਿੱਚ ਆਇਆ ਯਾਰ ਇਹ ਚਿਲਮ ਨਾਲੋਂ ਮੈਂ ਕਿਉਂ ਨਾ ਘੜਾ ਪਾਣੀ ਦਾ ਬਣਾ ਦਿਆਂ, ਹੈ ਨਾ। ਚਿਲਮ ਜਿਹੜੀ ਹੈ ਉਹਨੇ ਜਦੋਂ ਚਿਲਮ ਬਣਨਾ ਤੇ ਉਹਨੇ ਲੂਸਣਾ, ਉਹ ਮਤਲਬ ਅੱਗ ਬਾਲਣੀ ਆ ਤੇ ਕਿਸੇ ਦੇ ਵਾਸਤੇ ਉਹ ਨਸ਼ੇ ਦਾ ਕਾਰਨ ਬਣ ਜਾਣਾ। ਤਾਂ ਜੇ ਮੈਂ ਘੜਾ ਬਣਾ ਦਿੱਤਾ ਤਾਂ ਸਾਰਿਆਂ ਨੇ ਸ਼ੀਤਲ ਜਲ ਪੀਣਾ, ਪਾਣੀ ਪੀਣਾ, ਹੈ ਨਾ। ਸੋ ਸਾਡੀ ਸੋਚ ਜਿਹੜੀ ਹੈਗੀ ਆ ਅਮਰੀਕਾ ਦੀ ਸੋਚ ਨਾਲੋਂ ਅਲੱਗ ਹੈ। ਅਸੀਂ ਇੱਥੇ ਭਾਈਚਾਰੇ ਦਾ ਸੰਦੇਸ਼ ਵੀ ਦਿੰਦੇ ਹਾਂ, ਪਰ ਨਾਲ ਦੀ ਨਾਲ ਕੀ ਤੁਹਾਨੂੰ ਲੱਗਦਾ ਨਹੀਂ ਵੀ ਇਹ ਜਿਹੜੇ ਅਮਰੀਕਾ ਦੇ ਵਿੱਚ ਹਥਿਆਰ ਹੈ ਉਹਨਾਂ ਉੱਤੇ ਪਾਬੰਦੀ ਲੱਗ ਜਾਣੀ ਚਾਹੀਦੀ ਹੈ? ਨਹੀਂ, ਇਹ ਦੇਖੋ ਇਹ ਗੱਲ ਤੇ ਪਹਿਲਾਂ ਅਸੀਂ ਨਾ ਦੱਸਿਆ ਕਿਉਂਕਿ ਅਮਰੀਕਾ ਦਾ ਧੰਦਾ ਇਹ ਸੀਗਾ। ਪਿਛਲੇ ਕਈ ਦਹਾਕਿਆਂ ਤੋਂ ਇਹ 30ਵੀਂ ਘਟਨਾ ਜੇ ਗਿਣ ਕੇ ਸਕੂਲਾਂ ਦੇ ਘਟਨਾ ਦੀ ਗਿਣੀ ਹੈ ਨਾ, ਤੇ 30ਵੀਂ ਘਟਨਾ ਸਕੂਲ ਦੇ ਵਿੱਚ ਹੀ ਹੋਈ ਹੈ। ਔਰ ਇਹ ਘਟਨਾਵਾਂ ਇਦਾਂ ਨਹੀਂ ਹੈਗੀਆਂ ਵੀ ਕਿਸੇ ਟੈਰਰਿਸਟ ਨੇ ਕੀਤੀਆਂ, ਇਹਨਾਂ ਦੇ ਹੀ ਲੋਕ ਨੇ। ਕਿਉਂਕਿ ਜਦੋਂ ਅਸੀਂ ਗੱਲ ਨਾ ਡਿਵੈਲਪ ਕੰਟਰੀਜ਼ ਦੀ ਕਰਦੇ ਹਾਂ, ਉਹ ਕੰਟਰੀ ਜਿਹੜੀਆਂ ਫਸਟ ਵਰਲਡ ਕੰਟਰੀਜ਼ ਆਉਂਦੀਆਂ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਉਹਨਾਂ ਕੋਲੇ ਸਾਰੇ ਸੋਰਸਿਸ ਨੇ ਜੀ, ਇਹਨਾਂ ਦੇ ਵਿੱਚ ਨਾ ਇੱਕ ਆਇਡੈਂਟੀਟੀ ਕ੍ਰਾਈਸਿਸ ਨਾਂ ਦੀ ਇੱਕ ਬੜੀ ਚੀਜ਼ ਆ, ਜੋ ਵੱਡੀਆਂ ਅਖਬਾਰਾਂ ਲਿਖਦੀਆਂ ਨੇ ਕਿ ਮਾਪੇ ਦੋਵੇਂ ਕੰਮ ਤੇ ਹੁੰਦੇ ਆ, ਜਵਾਕ ਪਿੱਛੋਂ ਕੱਲਾ। ਕਈ ਵਾਰੀ ਜਵਾਕ ਹੁਣ ਕਿਉਂਕਿ ਉੱਥੇ ਦੇ ਜਵਾਕ ਕੁਛ ਹੋਰ ਤਰੀਕੇ ਦੇ ਨੇ, ਸਾਡੇ ਵਾਂਗੂ ਕਹਿੰਦੇ ਨੇ ਵੀ ਸਾਡੇ ਵਾਲੇ ਤਾਂ ਕਹਿੰਦੇ ਹੁੰਦੇ ਕਿ ਜਿੰਨੇ ਰਗੜੇ ਗਏ ਉਨੇ ਹੀ ਇਹ, ਜਿੰਨੇ ਹੜੇ ਗਏ ਉਨੇ ਹੀ ਇਹ ਪੜ੍ਹੇ ਗਏ, ਵੀ ਅਸੀਂ ਜਿੰਨੇ ਇਹਨਾਂ ਤੋਂ ਕੰਮ ਲੈਂਦੇ ਆ ਨਾ ਉਨੇ ਚੰਗੇ ਰਹਿੰਦੇ ਆ। ਉਹਨਾਂ ਦੇ ਜਵਾਕ ਥੋੜੇ ਕੁਛ ਹੋਰ ਹਿਸਾਬ ਦੇ ਆ, ਮੁੰਡਾ ਤੇ ਰੰਬਾ ਚੰਡੇ ਕੰਮ ਆਉਂਦੇ ਵਾਕਈ। ਤਾਂ ਉਹਨਾਂ ਦੇ ਦੇਖੋ ਉਹਨਾਂ ਨੂੰ ਨਾ ਆਇਡੈਂਟੀਟੀ ਕ੍ਰਾਈਸਿਸ ਹੋਣੇ ਸ਼ੁਰੂ ਹੋ ਜਾਂਦੇ ਆ ਜੀ। ਹੁਣ ਤੁਸੀਂ ਇਸ ਦੀ ਗੱਲ ਕਰ ਲਓ, ਜਿਹਦੀ ਆਪਾਂ ਅੱਜ ਦੀ ਗੱਲ ਕਰਦੇ ਹਾਂ, ਇਹ ਮੁੰਡਾ ਜਿਹਨੇ ਟੈਕਸਾਸ ਦੇ ਵਿੱਚ ਕੀਤਾ, ਸਕੂਲ ਦੇ ਅੰਦਰ ਜਾ ਕੇ ਕੀਤਾ ਆ। ਹੁਣ ਇਹ ਮੁੰਡਾ ਜਿਹੜਾ ਆ ਇਹ ਪਹਿਲਾਂ ਆਪਣੀ ਦਾਦੀ ਨੂੰ ਗੋਲੀ ਮਾਰ ਗਿਆ, ਹਾਲਾਂਕਿ ਹੁਣ ਦਾਦੀ ਪਤਾ ਨਹੀਂ ਬਚੀ ਹੈ ਕਿ ਨਹੀਂ, ਕਿਉਂਕਿ ਅੱਜ ਖਬਰਾਂ ਜਿਹੜੀਆਂ ਹਾਲੇ ਤੱਕ ਉਹਦੇ ਉੱਤੇ ਕੋਈ ਨਸ਼ਰ ਨਹੀਂ ਹੋਈਆਂ। ਹੁਣ ਇਹ ਮੈਂਟਲ ਤਰੀਕੇ ਦੇ ਨਾਲ ਬਿਮਾਰ ਸੀਗਾ। ਇਸ ਤੋਂ ਪਹਿਲਾਂ ਨਿਊਯਾਰਕ ਵਾਲਾ ਵੀ ਉਹਨੂੰ ਇੱਦਾਂ ਹੀ ਕਿਹਾ ਜਾ ਰਿਹਾ। ਮਤਲਬ ਹੁਣ ਅਸੀਂ ਇਹਦਾ ਸਾਈਕੋਲੋਜੀ ਪੱਖ ਜਿਹੜਾ ਹੈ ਉਹ ਦੇਖ ਰਹੇ ਹਾਂ। ਹੁਣ ਤੁਸੀਂ ਕਹਿੰਦੇ ਪਾਬੰਦੀਆਂ ਦੀ ਜੀ, ਜੋ ਬਾਈਡਨ ਸਾਹਿਬ ਨੇ ਇਹਨਾਂ ਘਟਨਾ ਦੇ ਮੱਦੇਨਜ਼ਰ ਕਹਿ ਦਿੱਤਾ ਸੀ ਕਿ ਸਾਨੂੰ ਪਾਬੰਦੀਆਂ ਲਾਉਣੀਆਂ ਹੀ ਪੈਣੀਆਂ। ਹੁਣ ਉਹ ਹਾਊਸ ਆਫ ਜਿਹੜਾ ਕਾਮਨਸ ਆ ਉਹਦੇ ਉੱਤੇ ਵੀ ਇਹਦੇ ਉੱਤੇ ਕਰਨਗੇ ਗੱਲਬਾਤ, ਐਮਰਜੈਂਸੀ ਜਾਏਗੀ ਔਰ ਬਹੁਤ ਜਲਦੀ ਇਹਦੇ ਉੱਤੇ ਲੱਗ ਜਾਊ, ਕਿਉਂਕਿ ਅਮਰੀਕਾ ਵਰਗਾ ਮੁਲਕ ਹੈ। ਜਦੋਂ ਕਹਿੰਦੇ ਨੇ ਕਿ ਉੱਥੇ ਵੱਡੀ ਗੱਲ ਹੁੰਦੀ, ਹਲੇ ਵੀ ਸਿਸਟਮ ਅਮਰੀਕਾ ਤੋਂ ਅਸੀਂ ਸਲਾਹਾਂ ਲੈਂਦੇ ਹਾਂ, ਦੇਖਦੇ ਹਾਂ, ਮੁਤਾਸਰ ਹੁੰਦੇ ਹਾਂ। ਤੇ ਅਮਰੀਕਾ ਵਰਗਾ ਮੁਲਕ ਜਿਹੜਾ, ਕਿਉਂਕਿ ਕੱਲ ਘਟਨਾ ਹੋਈ ਆ, ਅੱਜ ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਪਾਬੰਦੀਆਂ ਲਾਉਣ ਦੇ ਲਈ ਤਿਆਰ ਹਾਂ, ਅਸੀਂ ਇਹਦੇ ਸਿਸਟਮ ਦੇ ਉੱਤੇ ਕੰਮ ਕਰਾਂਗੇ, ਕਿਉਂਕਿ ਇਹ ਪਾਬੰਦੀ ਇੱਕ ਸਿਸਟਮ ਦੇ ਵਿੱਚ ਲੱਗਣੀ ਜੀ। ਕਿਉਂਕਿ ਉੱਥੇ ਹਥਿਆਰ, ਮਤਲਬ ਆਪਾਂ ਪਹਿਲਾਂ ਗੱਲ ਕਰ ਚੁੱਕੇ ਕਿ ਹਥਿਆਰ ਇੱਕ ਤਾਂ ਮਾਤਰਾ ਬਹੁਤ ਹੈ ਹਾਂਜੀ, ਇੱਕ ਹਥਿਆਰਾਂ ਦੇ ਪਾਰਟ ਤੁਸੀਂ ਆਨਲਾਈਨ ਮੰਗਾ ਕੇ ਅਸੈਂਬਲ ਕਰ ਸਕਦੇ ਆ। ਸੋ ਘਰ ਦੇ ਵਿੱਚ ਜਿੱਦਾਂ ਹੁਣ ਅਸੀਂ ਫਲਾਨੀ ਈਬੇ ਤੋਂ ਕੱਪੜੇ ਮੰਗਾ ਲੈਂਦੇ ਨਾ, ਸਾਡੇ ਨਿਆਣੇ ਤੇ ਕੱਪੜੇ ਮੰਗਾ ਲੈਂਦੇ ਆ ਜੀ ਜੀ, ਉੱਥੇ ਇਹ ਹਥਿਆਰ ਜਿਹੜੇ ਨੇ, ਜਿੱਦਾਂ ਇੱਥੇ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਆਲੂ ਪਿਆਜ਼ ਵਿਕਦੇ ਨੇ, ਇਦਾਂ ਵਿਕਦੇ ਆ। ਸੋ ਇਹਨਾਂ ਦੇ ਉੱਤੇ ਪਾਬੰਦੀ ਲਗਾਉਣੀ ਤਾਂ ਬਹੁਤ ਜ਼ਰੂਰੀ ਹੈ, ਕਿਉਂਕਿ ਗਨ ਕਲਚਰ ਜਿਹੜਾ ਅਮਰੀਕਾ ਦਾ, ਉਹ ਪੂਰੀ ਦੁਨੀਆ ਦੇ ਵਿੱਚ ਜਿਹੜਾ ਆ ਉਹ ਜਾਣਿਆ ਜਾਂਦਾ। ਸੋ ਇਹਨੂੰ ਕਰਬ ਕਰਨਾ, ਇਹਦੇ ਉੱਤੇ ਰੋਕ ਲਾਉਣੀ ਇੱਕ ਸਮੇਂ ਦੀ ਮੰਗ ਵੀ ਹੈ। ਮਤਲਬ ਇਹਦੇ ਉੱਤੇ ਚੈੱਕਸ ਹੋਣੇ ਚਾਹੀਦੇ ਆ, ਕਿਸੇ ਤਰੀਕੇ ਵੀ ਹੋਣ। ਇਸ ਗੱਲ ਦੀ ਹਾਮੀ ਹਾਊਸ ਆਫ ਲਾਰਡਸ ਦੇ ਕੁਝ ਜਿਹੜੇ ਹੈਗੇ ਮੈਂਬਰ ਉਹਨਾਂ ਨੇ ਵੀ ਭਰੀ ਆ, ਕਾਂਗਰਸ ਦੇ ਜਿਹੜੇ ਮੈਂਬਰਸ ਹੈਗੇ ਉਹਨਾਂ ਨੇ ਵੀ ਭਰੀ ਆ। ਫਿਰ ਨਾਲ ਦੇ ਨਾਲ ਆਪਾਂ ਜੇ ਕਮਲਾ ਹੈਰਿਸ ਦੀ ਗੱਲ ਕਰ ਲਈਏ, ਉਹਨਾਂ ਨੇ ਵੀ ਕਹਿ ਦਿੱਤਾ ਵੀ ਕਮਲਾ ਹੈਰਿਸ ਨੇ ਜਿਸ ਦਿਨ ਘਟਨਾ ਹੋਈ ਸੀ ਉਸ ਦਿਨ ਵੀ ਕਿਹਾ ਸੀ ਕਿ ਬਹੁਤ ਮੰਦਭਾਗਾ ਹੈ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਇਸ ਗੱਲ ਦੀਆਂ ਸੂਚਕ ਬਣਦੀਆਂ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹਥਿਆਰਾਂ ਦੀ ਦੌੜ ਦੇ ਵਿੱਚ ਅਮਰੀਕਾ ਜਿਹੜਾ ਹੈਗਾ ਉਹ ਆਪਣੀ ਸਪੀਡ ਨੂੰ ਥੋੜ੍ਹਾ ਜਿਹਾ ਘਟਾ ਵੀ ਲਊਗਾ। ਪਰ ਹੁਣ ਆਪਾਂ ਪੰਜਾਬ ਦੇ ਵਿੱਚ ਵਾਪਸ ਜੇ ਆ ਜਾਈਏ, ਤੇ ਫਰੀਦਕੋਟ ਇੱਕ ਇਲਾਕਾ ਤੇ ਉੱਥੋਂ ਦੀ ਜਿਹੜੀ ਜੇਲ੍ਹ ਹੈ ਉਹਦੇ ਸੁਪਰਡੈਂਟ ਨੂੰ ਸਸਪੈਂਡ ਕਰ ਦਿੱਤਾ ਗਿਆ। ਮਤਲਬ ਜੇ ਮੈਂ ਹੁਣ ਦੂਸਰੇ ਲਫ਼ਜ਼ਾਂ ਵਿੱਚ ਕਹਾਂ ਤੇ ਉਹ ਹੁਣ ਘਰ ਬੈਠ ਕੇ ਆਰਾਮ ਦੇ ਨਾਲ ਅੱਧੀ ਤਨਖਾਹ ਲੈ ਕੇ ਏਸੀ 'ਚ ਬੈਠ ਕੇ ਤਾਂ ਇੰਜੋਏ ਕਰੂ, ਹੈ ਨਾ। ਤੇ ਹਰਜੋਤ ਸਿੰਘ ਬੈਂਸ ਹੋਰਾਂ ਨੇ ਉਹਨੂੰ ਸਸਪੈਂਡ ਕੀਤਾ
ਸੋ ਇਹਨੂੰ ਕਿਸ ਨਿਗਾਹ ਨਾਲ ਆਪਾਂ ਦੇਖਾਂਗੇ ਵੀ ਕੀ ਕਾਰਨ ਸੀਗੇ ਤੇ ਕਿਸ ਤਰੀਕੇ ਦੇ ਨਾਲ ਕੀ ਇਹ ਸਸਪੈਂਡ ਤੱਕ ਕੀ ਸੀਮਿਤ ਰਹਿਣਾ ਚਾਹੀਦਾ ਸੀ ਜਾਂ ਫਿਰ ਇਹਨੂੰ ਪੂਰੀ ਤਰ੍ਹਾਂ ਦੇ ਨਾਲ ਬਰਖਾਸਤ ਡਿਸਮਿਸ ਕਰ ਦੇਣਾ ਚਾਹੀਦਾ ਸੀ? ਅੱਛਾ, ਅਸੀਂ ਗਗਨ ਜੀ ਇਸ ਗੱਲ ਤੋਂ ਪਹਿਲਾਂ ਨਾ ਇੱਕ ਗੱਲ ਜ਼ਰੂਰ ਆਪਾਂ ਕਹਿੰਦੇ ਹੁੰਦੇ ਆ ਕਿ ਗਾਣਿਆਂ ਨੂੰ ਲੈ ਕੇ ਨਾ ਪੰਜਾਬ ਦਿਆਂ ਨੂੰ ਬੜਾ ਕੁਝ ਕਿਹਾ ਜਾਂਦਾ ਸੀ ਵੀ ਗਾਣਿਆਂ ਨੇ ਆਹ ਕਰਤਾ, ਗਾਣਿਆਂ ਨੇ ਉਹ ਕਰਤਾ। ਮੈਨੂੰ ਲੱਗਦਾ ਇਹ ਇੱਕ ਛੋਟੀ ਜਿਹੀ ਘਟਨਾ ਹੈ ਜਿਹਨੇ ਇਹ ਸਭ ਕੁਝ ਬਿਆਨ ਕਰ ਦਿੱਤਾ। ਜੇ ਸਾਡੇ ਦੇਖਣ ਵਾਲਿਆਂ ਨੇ ਇਹ ਵੀਡੀਓ ਕਿਤੇ ਦੇਖੀ ਹੋਊਗੀ ਜਿਹਦੇ ਬਾਰੇ ਮੈਂ ਗੱਲ ਕਰ ਰਿਹਾ, ਪੂਰੀ ਤਫਸੀਲ ਦੇ ਵਿੱਚ ਅਸੀਂ ਗੱਲ ਕਰਾਂਗੇ, ਤਾਂ ਇਹ ਤੁਹਾਨੂੰ ਇੱਕ ਖਬਰ ਜੇ ਤੁਸੀਂ ਦੇਖੀ ਹੋਊਗੀ ਨਾ ਤਾਂ ਤੁਹਾਨੂੰ ਲੱਗਦਾ ਹੋਊਗਾ ਕਿ ਵਾਕਈ ਇਹ ਗਰਕੇ ਹੋਏ ਤੇ ਗਨ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗਾਣੇ ਜਿਹੜੇ ਨੇ ਨਾ ਇਹ ਸਾਨੂੰ ਕਿੱਥੇ ਲੈ ਕੇ ਆ ਗਏ। ਜਵਾਕ ਜਿਹਾ ਮੁੰਡਾ ਆ ਜੀ, ਆਰਮੈਕਸ ਦੇ ਅੰਦਰ ਜਿਹੜਾ ਆ ਉਹ ਫਰੀਦਕੋਟ ਜੇਲ੍ਹ ਦੇ ਵਿੱਚ ਸੀਗਾ। ਅੱਛਾ ਜੀ। ਆਪਣੇ ਕਿਸੇ ਦੋਸਤ ਮਿੱਤਰ ਬੰਟੀ ਕਰਕੇ ਮੁੰਡੇ ਦਾ ਨਾਂ ਆ, ਉਹਨੂੰ ਵੀਡੀਓ ਕਾਲ ਕਰ ਦਿੱਤੀ ਆ ਜੀ ਬੈਰਕ ਦੇ ਵਿੱਚੋਂ। ਉਹਨੂੰ ਐਂ ਦਿਖਾਉਣ ਡਿਆ ਵੀ ਜਿਵੇਂ ਕੈਨੇਡਾ ਗਿਆ ਹੁੰਦਾ ਵੀ ਸਾਰੇ ਕਰਕੇ ਵੀ ਵੀਡੀਓ ਕਾਲ ਕਰਕੇ ਵੀ ਇੱਥੇ ਹਮ ਆਹ ਕਰਤੇ हैं तो ਉੱਥੇ ਹਮ ਆਹ ਕਰਤੇ हैं। ਗੱਲ ਸੱਚੀ ਕਰਤੀ, ਜੇਲ੍ਹਾਂ ਵਿੱਚੋਂ ਫੋਨ ਆਉਣਗੇ। ਹਾਂ, ਤੇ ਉਹ ਜਿਹਨੇ ਮੁੰਡੇ ਨਾਲ ਵੀਡੀਓ ਕਾਲ ਕਰ ਰਿਹਾ ਉਹਨੇ ਪਿੱਛੇ ਗਾਣਾ ਇਹ ਲਾ ਦਿੱਤਾ ਕਿ ਮੈਂ 17 ਸਾਲ ਦੀ ਉਮਰ 'ਚ ਤਾਂ ਜੇਲ੍ਹ ਚਲਾ ਗਿਆ ਸੀ, ਫਲਾਨਾ ਆ। ਗਾਣਾ ਵੀ ਮਨਕੀਰਤ ਔਲਖ ਦਾ ਆ। ਸੋ ਇਹ ਮੈਂ ਤਾਂ ਪਹਿਲਾਂ ਸ਼ੁਰੂ ਤੋਂ ਗੱਲ ਕਰਨ ਤੋਂ ਕੀਤਾ ਸੀ ਵੀ ਤੁਸੀਂ ਹਿਸਾਬ ਲਾ ਸਕਦੇ ਹੋ ਕਿ ਸਾਈਕੀ ਮੁੰਡਿਆਂ ਦੀ ਕਿੱਥੇ ਜਾਣ ਡਈ ਆ, ਕਿਉਂਕਿ ਕਿਤੇ ਉਹ ਨਹੀਂ ਲੱਗਦਾ ਕਿ ਜਾਂ ਤਾਂ ਉਹ ਦਿਖਾਉਣ ਵਾਲੇ ਨੂੰ ਪੰਗਾ ਆ ਹਾਂਜੀ ਜਾਂ ਉਹ ਦੇਖਣ ਵਾਲੇ ਨੂੰ ਪੰਗਾ। ਜਦੋਂ ਸੋਸ਼ਲ ਮੀਡੀਆ ਤੇ ਪਾਈ ਤੇ ਫਿਰ ਵਾਇਰਲ ਹੋ ਗਈ। ਪਰ ਤੁਸੀਂ ਦੇਖ ਲਓ ਪੰਜਾਬ ਕਿੱਥੇ ਜਾਣ ਡਿਆ ਆ। ਅਸੀਂ ਇੱਕ ਬੰਨੇ ਤਾਂ ਕਹਿੰਦੇ ਆ ਮੈਂ ਫੈਨ ਭਗਤ ਸਿੰਘ ਦਾ, ਤੇ ਦੂਸਰੇ ਬੰਨੇ ਮੈਂ 16 ਸਾਲਾਂ 17। ਤੂੰ ਇਨਕਲਾਬੀ ਤੇ ਨਹੀਂ ਗਿਆ ਸੀ ਨਾ, ਹਨਾ? ਜੇ ਉਹ ਇਨਕਲਾਬੀ ਸੀਗੇ, ਤੁਸੀਂ ਇਨਕਲਾਬੀ ਤੇ ਨਹੀਂ ਗਏ ਹੈਗੇ। ਫਿਰ ਅਸੀਂ ਕਹਿੰਦੇ ਆ ਕਿ ਯਾਰ ਇਹਨਾਂ ਫਰਕ ਨਹੀਂ ਪੈਂਦਾ, ਗਨ ਕਲਚਰ ਨਾਲ ਕੀ ਫਰਕ ਪੈਂਦਾ? ਇਹ ਗਨ ਕਲਚਰ ਦੀ ਦੇਣ ਆ। ਦੇਖੋ, ਨਹੀਂ ਤਾਂ ਆਰਮਐਕਸ ਦੇ ਅੰਦਰ ਜਵਾਕ ਅੰਦਰ ਹੋਵੇ ਤੇ ਪਿੱਛੇ ਆਪਣੇ ਯਾਰ ਦੋਸਤ ਨੂੰ ਕਰੇ ਤੇ ਯਾਰ ਦੋਸਤ ਸੋਸ਼ਲ ਮੀਡੀਆ ਤੇ ਪਾਉਂਦਾ ਫਿਰ ਜਿਵੇਂ ਪਤਾ ਨਹੀਂ ਕਿਹੜੀ ਅਚੀਵਮੈਂਟ ਕਰਕੇ ਬੈਠਾ, ਤੇ ਤੁਸੀਂ ਹਿਸਾਬ ਲਾ ਲਓ ਫਿਰ ਇਹ ਹੋਰ ਕਿਹਦੀ ਦੇਣ ਆ? ਮਤਲਬ ਅਸਲੇ ਦੀਆਂ ਧਰਾਵਾਂ ਲੱਗੀਆਂ ਹੋਈਆਂ ਉਹਦੇ ਉੱਤੇ। ਜੇਲ੍ਹ ਦੇ ਵਿੱਚ ਬੰਦ ਹੈ ਇੱਕ ਬੰਦਾ, ਤੇ ਉਸ ਤੋਂ ਬਾਅਦ ਵਿੱਚ ਉਹ ਜੇਲ੍ਹ ਦੇ ਵਿੱਚੋਂ ਲਾਈਵ ਹੋ ਕੇ ਜਾਂ ਫਿਰ ਉਹ ਵੀਡੀਓ ਭੇਜ ਰਿਹਾ ਬਣਾ ਕੇ, ਉਸ ਤੋਂ ਬਾਅਦ ਵਿੱਚ ਫਿਰ ਹੁਣ ਮੈਨੂੰ ਲੱਗਦਾ ਵੀ ਜੇਲ੍ਹ ਦੀ ਜਿਹੜੀ ਸੁਰੱਖਿਆ ਹੈ ਜਾਂ ਫਿਰ ਉਹਦਾ ਪ੍ਰਬੰਧ ਹੈ ਉਹਦੇ ਉੱਤੇ ਸਵਾਲੀਆ ਨਿਸ਼ਾਨ ਉੱਠਣੇ ਵੀ ਸ਼ੁਰੂ। ਸਵਾਲੀਆ ਨਿਸ਼ਾਨ ਦੇਖੋ, ਪਿੱਛੇ ਜੇ ਅਸੀਂ ਨਾਭਾ ਜੇਲ੍ਹ ਦੀ ਵੀ ਗੱਲ ਕਰਦੇ, ਦੇਖੋ ਇਹ ਸਭ ਨੂੰ ਪਤਾ ਫੋਨ ਤੇ ਅੰਦਰੋਂ ਹੁੰਦੇ ਆ। ਫੋਨ ਜੇਲ੍ਹਾਂ ਵਿੱਚ ਫੋਨ ਆਉਣਗੇ, ਕੋਈ ਲੱਭ ਕੋਈ ਸੁਨਿਆਰਾ ਤੇ ਮੈਂ ਜੱਟੀ ਨੇ ਬਣਾਉਣੇ ਕੰਗਣੇ, ਬੈਠਾ ਜੇਲ੍ਹ ਚੋਂ ਤੂੰ ਲੱਭ ਸੁਨਿਆਰਾ ਜੱਟੀ ਨੇ ਬਣਾਉਣੇ ਕੰਗਣੇ। ਇਦਾਂ ਦੇ ਗਾਣੇ ਜਿਹੜੇ ਨੇ ਨਾ ਇਹ ਬੜੇ ਇਦਾਂ ਲੱਗਦਾ ਕਿ ਪਤਾ ਨਹੀਂ ਕਲਚਰ ਹੈ ਇਹ ਜੀ। ਪੰਜਾਬ ਦਾ ਕਲਚਰ ਹੋ ਗਿਆ ਵੀ ਸ਼ਰਾਬਾਂ ਪੀਣੀਆਂ, ਗੰਨਾ ਜਿਹੜੇ ਆ ਹਥਿਆਰ, ਮਾਰੂ ਹਥਿਆਰ ਰੱਖਣੇ, ਤੇ ਬਸ ਆਪਣੇ ਟੌਰ ਠੱਪਾ ਬਣਾਈ ਰੱਖਣ ਦੇ ਲਈ ਨਾ ਅਸੀਂ ਜੇਲ੍ਹ ਵੀ ਚਲੇ ਜਾਂਦੇ ਤੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਜੀ। ਤਾਂ ਉੱਥੇ ਵੀ ਬੜਕਾ ਮਾਰਦੇ ਆ। ਹਾਂ, ਅਸੀਂ ਉੱਥੇ ਵੀ ਬੜਕਾ ਮਾਰਦੇ ਹਾਂ। ਸੁਧਾਰ ਗ੍ਰਹਿ ਵਾਲੀ ਨਾਲ ਦੀ ਕੋਈ ਨਹੀਂ। ਵੀਵੀਆਈਪੀ ਕਲਚਰ ਪੰਜਾਬ ਦੇ ਉੱਤੇ ਇੰਨਾ ਭਾਰੂ ਹੈ ਨਾ। ਮੈਂ ਬੜਾ ਕਹਿੰਦਾ ਹੁੰਦਾ ਕਿ ਪੰਜਾਬ ਦਾ ਨੌਜਵਾਨ ਇੱਦਾਂ ਦਾ ਨੌਜਵਾਨ ਸੀ ਜਿਹਦੀਆਂ ਅਸੀਂ ਗੱਲਾਂ ਕਰਦੇ ਸੀ ਵੀ ਉਹ ਲੋਕ ਨੇ, ਉਹ ਪਰਵਾਨੇ ਨੇ ਜਿਹੜੇ ਦੁਨੀਆ ਦੇ ਉੱਤੇ ਰਾਜ ਕਰਦੇ ਰਹੇ, ਆਜ਼ਾਦੀਆਂ ਦਵਾਈਆਂ। ਫਿਰ ਜੇ ਅਸੀਂ ਸਾਰਾਗੜ੍ਹੀ ਦੀ ਗੱਲ ਕਰਦੇ ਹਾਂ ਤੇ ਇੱਕ ਪਤਾ ਨਹੀਂ ਕਿੱਡੀ ਵੱਡੀ ਮਿਸਾਲ ਜਿਹੜੀ ਆ ਉਹ ਮਤਲਬ ਹੋ ਸਕਦੀ ਆ। ਪਰ ਇਹ ਜਿਹੜਾ ਹੋਣ ਵਾਲਾ ਨੌਜਵਾਨ ਆ ਇਹ ਤਾਂ ਸੁੰਨ ਹੋ ਗਿਆ ਨਸ਼ੇ ਦੇ ਟੀਕਿਆਂ ਦੇ, ਜਿੱਦਾਂ ਸਲਾਈ ਨਹੀਂ ਹੁੰਦੇ ਨੌਜਵਾਨ ਨੂੰ। ਇਹ ਦੇਖੋ, ਇਹ ਹੁਣ ਪੰਜਾਬ ਦਾ ਕਲਚਰ ਆਪਾਂ ਗੱਲ ਕਰਦੇ ਹਾਂ। ਕਦੀ ਤਾਂ ਕਿਸੇ ਧਾਰਮਿਕ ਆਗੂ ਦਾ ਬਿਆਨ ਆ ਜਾਂਦਾ ਹਾਂਜੀ, ਕਦੀ ਕਿਸੇ ਰਾਜਨੀਤਿਕ ਆਗੂ ਦਾ ਬਿਆਨ ਆ ਜਾਂਦਾ, ਕਿਸੇ ਸਮਾਜਿਕ ਤੌਰ ਦੇ ਉੱਤੇ ਕਿਸੇ ਮੋਹਤਬਾਰ ਬੰਦੇ ਦਾ ਬਿਆਨ ਆ ਜਾਂਦਾ। ਬਿਆਨਾਂ ਵਿੱਚ ਵੀ ਹਥਿਆਰਾਂ ਦੀਆਂ ਗੱਲਾਂ ਕਰਕੇ ਪੰਜਾਬ ਦੀ ਜਿਹੜੀ ਨਵੀਂ ਪੀੜ੍ਹੀ ਹੈ ਜੀ ਉਹਨਾਂ ਨੂੰ ਉਕਸਾ ਕੇ ਸੜਕਾਂ ਉੱਤੇ ਆਉਣ ਵਾਸਤੇ ਮਜਬੂਰ ਕਰਦੇ ਨੇ। ਭਾਈ ਆਪਣੇ ਡੱਬ ਦੇ ਵਿੱਚ ਪਿਸਟਲ ਰੱਖੋ, ਉਹ ਵੀ ਮਾਡਰਨ ਰੱਖੋ, ਚਾਹੇ ਜਿਹੜੇ ਮਰਜ਼ੀ ਰੱਖੋ, ਹੈ ਨਾ। ਸੋ ਕਿਤੇ ਨਾ ਕਿਤੇ ਇਹ ਸਵਾਲੀਆ ਨਿਸ਼ਾਨ ਸਾਡੇ ਪੰਜਾਬ ਦੀ ਅਮਨ ਸ਼ਾਂਤੀ ਵਾਸਤੇ ਖਤਰਾ ਆ। ਪਰ ਮਨਕੀਰਤ ਔਲਖ ਉਹਨਾਂ ਨੂੰ ਖੁਦ ਨੂੰ ਵੀ ਇਹ ਮਹਿਸੂਸ ਜਦੋਂ ਹੋਇਆ ਤਾਂ ਉਹਨਾਂ ਨੂੰ ਧਮਕੀ ਵੀ ਮਿਲੀ ਸੀਗੀ। ਦੇਖੋ, ਮਨਕੀਰਤ ਔਲਖ ਦਾ ਬੜਾ ਹੀ ਵੱਡਾ ਦੋਸਤ ਕਹਿ ਲਓ ਜਿਹੜਾ ਸ਼ਰੇਆਮ ਗੋਲੀਆਂ ਨਾਲ ਭੰਨ ਦਿੱਤਾ ਸੀਗਾ ਮੁਹਾਲੀ ਦੇ ਵਿੱਚ ਜੀ। ਉਸ ਤੋਂ ਬਾਅਦ ਪਰਮੀਸ਼ ਵਰਮਾ ਨੂੰ ਵੀ ਧਮਕੀਆਂ ਮਿਲੀਆਂ ਜੀ, ਹੈ ਨਾ। ਧਮਕੀਆਂ ਦੇਖੋ, ਇਹ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਨਾ ਤੁਸੀਂ ਜਦੋਂ ਇੱਕ ਮਾਹੌਲ ਕ੍ਰੀਏਟ ਕਰ ਦਿੰਦੇ ਆ ਫਿਰ ਦੁਬਾਰਾ ਉਹੀ ਗੱਲ ਆ ਕਿ ਫੁੱਲ ਬੀਜੋਗੇ ਤਾਂ ਫੁੱਲ ਮਿਲਦੇ, ਜਦੋਂ ਕੰਡੇ ਬੀਜੇ ਫਿਰ ਫੁੱਲਾਂ ਦੀ ਆਸ ਤਾਂ ਨਹੀਂ ਕੀਤੀ ਜਾਣੀ ਚਾਹੀਦੀ। ਬੜੇ ਮਾਵਾਂ ਦੇ ਪੁੱਤ ਅਸੀਂ ਗਵਾ ਦਿੱਤੇ ਆ, ਪਰ ਕਰਨ ਵੀ ਕੀ, ਕੋਈ ਰੋਕ ਹੀ ਨਹੀਂ ਗਈ। ਪੱਬ ਸੰਭਲ ਕੇ ਧਰਿਆ ਕਰੋ, ਕੋਈ ਰਾਵਾਂ ਵਿੱਚ ਵੀ ਵਸਦਾ ਏ। ਮਿੱਧਿਆ ਹੋਇਆ ਸੱਪ ਹੁਣ ਕੀ ਕਹੋਗੇ, ਉਹ ਫੇਰ ਕਹਿੰਦੇ ਆ ਸਾਨੂੰ ਦੱਸਦਾ ਏ, ਹੈ ਨਾ। ਵਾਕਈ ਜੇ ਹੁਣ ਸੱਪ ਦੀ ਸਿਰੀ ਦੇ ਉੱਤੇ ਪੈਰ ਰੱਖਾਂਗੇ ਆਪਾਂ ਤੇ ਉਹਨੇ ਡੰਗ ਤਾਂ ਮਾਰਨਾ ਹੀ ਮਾਰਨਾ। ਇਹ ਨਾ ਕੁਦਰਤ ਦਾ ਵੀ ਇੱਕ ਅਸੂਲ ਹੈ, ਜੋ ਤੁਸੀਂ ਦੋਗੇ ਉਹ ਮੁੜ ਕੇ ਤੁਹਾਨੂੰ ਮਿਲਣਾ ਆ। ਤੇ ਮੈਨੂੰ ਇਹ ਲੱਗਦਾ ਕਿ ਪੰਜਾਬ
ਉਹ ਪੰਜਾਬ ਦੀ ਖਸਲਸ ਜਿਹੜੀ ਹੈ ਨਾ ਉਹ ਇਹਨਾਂ ਚੀਜ਼ਾਂ 'ਚ ਗਵਾਚ ਗਈ ਆ। ਐਡਾ ਅਸੀਂ ਇੱਦਾਂ ਲੱਗਦਾ ਕਿ ਕੋਈ ਟੀਕੇ ਲਾ ਕੇ ਸੁੰਨ ਕਰ ਦਿੱਤਾ ਪੰਜਾਬ ਜਵਾਕਾਂ ਨੂੰ ਜੀ। ਹਾਲਾਂਕਿ ਜਦੋਂ ਬਹੁਤ ਫਰਕ ਪਿਆ ਸੀ ਜਦੋਂ ਕਿਸਾਨੀ ਅੰਦੋਲਨ ਸੀਗਾ, ਬੜੇ ਸਾਰੇ ਨੌਜਵਾਨ ਦਸਤਾਰਾਂ ਸਜਾ ਕੇ ਜਿਹੜੇ ਮੋਨੇ ਸੀ ਉਹ ਪਰਨੇ ਬੰਨ੍ਹ ਕੇ ਉੱਥੇ ਬੈਠੇ ਸੀਗੇ, ਲੱਗਦਾ ਸੀ ਕਿ ਪੰਜਾਬ ਆ ਬਈ ਇੱਥੇ ਖੜ ਗਏ ਅਸੀਂ ਹੁਣ ਤਾਂ। ਅਸੀਂ ਫਿਰ ਇੱਕ ਕਿਸਾਨ ਮਜ਼ਦੂਰ ਏਕਤਾ ਰੱਖੀ ਸੀ ਕਿ ਵਾਕਈ ਬਈ ਇਹ ਉਹ ਇਕੱਲੇ ਮੁੰਡੇ ਨਹੀਂ ਗੇ ਜਿਹੜੇ ਕਿ ਪ੍ਰੋਸਪੈਰਸ ਫੈਮਲੀਆਂ 'ਚ ਆਉਂਦੇ ਆ, ਜਿਹੜੇ ਜਿਹਨਾਂ ਕੋਲੇ ਮਤਲਬ ਸਰਦੇ ਵਰਦੇ ਆ, ਇਹ ਉਹ ਵੀ ਮੁੰਡੇ ਆ ਜਿਹੜੇ ਮਜ਼ਦੂਰ ਪਰਿਵਾਰਾਂ 'ਚੋਂ ਵੀ ਆਉਂਦੇ ਆ ਤੇ ਪੰਜਾਬ ਲਈ ਖੜੇ ਆ, ਪੰਜਾਬ ਲਈ ਖੜੇ। ਪਰ ਉਹ ਕਹਿੰਦੇ ਨਹੀਂ ਵੀ ਉਹ ਹੁਣ ਵਿਸਰ ਗਈ ਤੇ ਫਿਰ ਹੁਣ ਦੁਬਾਰਾ ਉਹ ਫਿਰ ਉਸੇ ਰੂਟ ਦੇ ਉੱਤੇ ਆ ਗਏ ਅਸੀਂ। ਇਹ ਮਾੜੀ ਗੱਲ ਆ ਮੈਨੂੰ ਲੱਗਦਾ। ਜਦੋਂ ਤੁਸੀਂ ਕਹਿੰਦੇ ਹੋ ਕਿ ਆਗੂ ਜਿਵੇਂ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੀ ਗੱਲ ਕਰ ਰਹੇ ਹੋ ਕਿ ਲਾਇਸੈਂਸੀ ਹਥਿਆਰ ਰੱਖ ਲੈਣੇ ਚਾਹੀਦੇ ਆ, ਦੇਖੋ ਹਥਿਆਰ ਜਿਹੜਾ ਨਾ ਕੋਈ ਵੀ ਮਾਰੂਗਾ। ਔਰ ਜਦੋਂ ਲੜਾਈ ਹੁੰਦੀ ਨਾ, ਕਹਿੰਦੇ ਨਹੀਂ ਹੁੰਦੇ ਵੀ ਸਦੋਂ ਸਾਡੇ ਅਸੀਂ ਛੋਟੇ ਹੁੰਦੇ ਸੀਗੇ ਤੇ ਪਿੰਡਾਂ 'ਚ ਕਦੀ ਲੜਾਈ ਹੋ ਜਾਣੀ ਤਾਂ ਸਾਡੀ ਮਾਤਾ ਨੇ ਕਹਿਣਾ ਵੀ ਬਾਪੂ ਤੇਰਾ ਕਿਰਪਾਨ ਨਾ ਚੱਕ ਕੇ ਲੈ ਜਾ, ਇਹਨੂੰ ਜਾ ਉੱਪਰ ਵਾਲੇ ਕੋਠੇ ਵਾਲੀ ਬੈਠਕ 'ਚ ਰੱਖਿਆ। ਬਿਲਕੁਲ ਹੈ ਨਾ, ਵੀ ਜਦੋਂ ਤੁਹਾਡੇ ਹੱਥ 'ਚ ਕਿਰਪਾਨ ਹੋਈ ਤੇ ਕਿਸੇ ਦੇ ਲੱਗ ਗਈ, ਉਹ ਉਦੋਂ ਤਾਂ ਗੁੱਸਾ ਦਾ ਪਤਾ ਨਹੀਂ ਲੱਗਦਾ ਪਰ ਬਾਅਦ ਵਿੱਚ ਤਾਂ ਪਛਤਾਵਾ ਹੀ ਹੁੰਦਾ। ਕਹਿੰਦਾ ਵੀ ਜਦੋਂ ਗੋਲੀ ਚੱਲਦੀ ਆ ਤੇ ਉਹ ਕਿੰਨੀ ਕੁ ਮਾਰ ਕਰਦੀ ਹੈ, ਕਹਿੰਦਾ ਵੀ ਅੱਗੇ ਨੂੰ ਤਾਂ ਉਹ 100 ਮੀਟਰ ਤੱਕ ਹੀ ਕਰੂਗੀ, ਪਿੱਛੇ ਉਹ 15-20 ਕਿੱਲਿਆਂ ਤੱਕ ਕਰ ਜਾਂਦੀ ਆ। ਬੰਦੇ ਦੇ ਪਿੱਛੇ ਫਿਰ ਉਹ ਜਿਹੜੇ 15-20 ਕਿੱਲੇ ਹੁੰਦੇ ਉਹ ਸਾਰੇ ਵਿਕ ਵੀ ਜਾਂਦੇ ਆ, ਕਿਉਂਕਿ ਕੇਸ ਚੱਲਦੇ ਆ, ਫਿਰ ਮੌਤ ਦਾ ਕੇਸ ਚੱਲਣਾ, ਕਤਲ ਦਾ ਕੇਸ ਚੱਲਣਾ, ਚੁੱਲ੍ਹਿਆਂ ਦੇ ਵਿੱਚ ਘਾਹ ਉੱਗ ਜਾਣਾ, ਘਰ ਵਾਲੀਆਂ ਜਿਹੜੀਆਂ ਨੇ ਉਹ ਘਰਾਂ ਦੇ ਵਿੱਚ ਉਡੀਕਦੀਆਂ ਪਈਆਂ ਨੇ। ਫਿਰ ਉਸ ਤੋਂ ਬਾਅਦ ਵਿੱਚ ਧੀਆਂ ਭੈਣਾਂ ਉਹ ਵੀ ਜਵਾਨ ਹੋ ਗਈਆਂ ਬਿਨਾਂ ਬੰਦੇ ਤੋਂ, ਜੇਲ੍ਹਾਂ ਦੇ ਵਿੱਚ ਫਿਰ ਬੰਦ ਦੇ ਬੰਦ। ਮਤਲਬ ਕਿ ਇੱਕ ਗੋਲੀ ਨੇ ਅੱਗੇ ਨੂੰ ਤਾਂ ਚੱਲਣਾ ਹੁੰਦਾ ਸਿਰਫ 100 ਮੀਟਰ ਤੱਕ ਜਾਂ ਕੁਝ ਮੀਟਰ ਤੱਕ ਜਿੰਨੀ ਕੁ ਉਹਦੀ ਪਹੁੰਚ ਹੁੰਦੀ ਆ, ਪਰ ਪਿੱਛੇ ਤੱਕ ਉਹ 15-20 ਕਿੱਲਿਆਂ ਤੱਕ ਚੱਲ ਜਾਂਦੀ ਹੈ। ਮਤਲਬ ਸਭ ਕੁਝ ਹੀ ਵਿਕ ਜਾਂਦਾ। ਨਾਲੇ ਹੁਣ ਗਗਨ ਜੀ ਇਹ ਦੇਖੋ, ਇਹ ਜੰਗਲ ਰਾਜ ਤਾਂ ਹੈ ਨਹੀਂ, ਤੇ ਫਿਰ ਇਹਦਾ ਮਤਲਬ ਬਿਆਨ ਦੇਣ ਲੱਗੇ ਸੋਚਣਾ ਚਾਹੀਦਾ ਸਭ ਨੂੰ। ਵਾਕਈ ਜਦੋਂ ਦੇਖੋ ਅਸੀਂ ਇਹ ਨਹੀਂ ਕਹਿੰਦੇ ਹੈਗੇ ਨਾ, ਗੁਰੂ ਸਾਹਿਬਾਨ ਨੇ ਸਾਨੂੰ ਮੇਰੀ ਪੀਰੀ ਦੀਆਂ 2 ਤਲਵਾਰਾਂ ਦਿੱਤੀਆਂ ਨਾ। ਹਾਂਜੀ। ਤੇ ਮੇਰੀ ਜਿੱਥੇ ਸਾਨੂੰ ਕਹਿੰਦੀ ਆ ਕਿ ਹਥਿਆਰ ਬੰਦ ਹੋਣਾ ਜ਼ਰੂਰੀ, ਉੱਥੇ ਪੀਰੀ ਇਹ ਵੀ ਸਿਖਾਉਂਦੀ ਹੈ ਕਿ ਤੁਹਾਡੇ ਅੰਦਰ ਵਾਲਾ ਜਿਹੜਾ ਸਾਧੂ ਆ, ਜਿਹੜਾ ਤੁਹਾਡੇ ਅੰਦਰ ਵਾਲਾ ਇੱਕ ਸੰਤ ਹੈ, ਉਹਨੂੰ ਵੀ ਜਾਗਦੇ ਰੱਖਣਾ ਚਾਹੀਦਾ। ਪਰ ਨਾਲ ਇਹ ਵੀ ਦੇਖਣਾ ਚਾਹੀਦਾ ਸਮੇਂ ਸਥਾਨ ਦੀ ਇਕਾਗਰਤਾ ਕੀ ਆ। ਉਹ ਵੇਲਾ ਜਿਹੜਾ ਸੀ ਨਾ, ਮੈਂ ਉਹੀ ਗੱਲ ਕਹਿਣਾ ਸੀਗਾ। ਹਾਂ, ਮੈਂ ਕੱਲ ਵੀ ਸਾਡੀ ਸੰਜੀਵ ਜੀ ਨਾਲ ਗੱਲ ਹੋਈ, ਮੈਂ ਉਹਨਾਂ ਨੂੰ ਇਹ ਦੱਸਿਆ, ਮੈਂ ਕਿਹਾ ਦੇਖੋ ਉਦੋਂ ਸਿਸਟਮ ਨਹੀਂ ਸੀ ਹੁੰਦਾ। ਹਾਂਜੀ। ਉਦੋਂ ਪੁਲਿਸ ਤੁਹਾਡੇ ਕੋਲੇ ਤੁਹਾਡੀ ਰੱਖਿਆ ਦੇ ਲਈ ਨਹੀਂ ਸੀ ਹੁੰਦੀ ਜੀ, ਹਨਾ। ਹੁਣ ਇਹ ਆ ਕਿ ਸਾਡੇ ਕੋਲੇ ਪੂਰਾ ਸਿਸਟਮ ਆ। ਹੁਣ ਤਾਂ ਅਸੀਂ ਸਿਸਟਮ ਨੂੰ ਡਿਵੈਲਪ ਕਰੀਏ ਭਾਈ, ਵੀ ਅਸੀਂ ਸ਼ਾਂਤੀ ਨਾਲ ਰਹਿਣਾ। ਸਾਡੇ ਕੋਲੇ ਫੌਜਾਂ ਆ, ਸਾਡੇ ਕੋਲੇ ਅਸੀਂ ਪੈਸਾ ਦਿੰਦੇ ਹਾਂ, ਟੈਕਸ ਦਿੰਦੇ ਹਾਂ, ਸਾਡੇ ਕੋਲੇ ਲਾਅ ਐਂਡ ਆਰਡਰ ਆ। ਬਿਲਕੁਲ। ਤੇ ਇਸ ਕਰਕੇ ਚੀਜ਼ਾਂ ਲਿਮਿਟਿਡ ਹੋਣੀਆਂ ਚਾਹੀਦੀਆਂ ਜੀ। ਔਰ ਜਦੋਂ ਕੋਈ ਧਾਰਮਿਕ ਆਗੂ ਇੱਦਾਂ ਦਾ ਬਿਆਨ ਦਿੰਦਾ ਤੇ ਉਹਨੂੰ ਬੜੀ ਸੰਜੀਦਗੀ ਦੇ ਨਾਲ ਲਿਆ ਜਾਂਦਾ, ਕਿਉਂਕਿ ਅਸੀਂ ਨਾ ਧਾਰਮਿਕ ਤੌਰ ਦੇ ਉੱਤੇ ਬੜੇ ਡੈਲੀਕੇਟ ਜਿਹੇ ਹੁੰਦੇ ਹਾਂ। ਸਾਨੂੰ ਲੱਗਦਾ ਕਿ ਇਹ ਚੀਜ਼ਾਂ ਸਾਡੇ ਧਾਰਮਿਕ ਲੀਡਰ ਨੇ ਕਹੀਆਂ ਤਾਂ ਸ਼ਾਇਦ ਸਾਡੇ ਲਈ ਬਹੁਤ ਜ਼ਰੂਰੀ ਹੋ ਜਾਣਗੀਆਂ ਜੀ। ਤਾਂ ਇਸ ਕਰਕੇ ਬਿਆਨ ਜਿਹੜੇ ਨੇ ਉਹ ਕਦੇ ਵੀ ਰਾਜਨੀਤੀ ਤੋਂ ਪ੍ਰਭਾਵਿਤ ਨਹੀਂ ਹੋਣੇ ਚਾਹੀਦੇ। ਜੇ SGPC ਦੀ ਗੱਲ ਕੀਤੀ ਜਾਵੇ, ਗਿਆਨੀ ਹਰਪ੍ਰੀਤ ਸਿੰਘ ਨੂੰ ਇਹ ਚਾਹੀਦਾ ਸੀ ਕਿ ਜਿਹੜੀਆਂ ਸਾਡੀਆਂ ਕਦਰਾਂ ਕੀਮਤਾਂ ਨੇ ਨਾ ਜੀ, ਕਿਉਂਕਿ ਦੇਖੋ ਕਰੋੜਾਂ ਦਾ ਬਜਟ ਹੈ। ਔਰ ਮੈਂ ਇਹ ਵੀ ਕਹਿਣਾ, ਤੁਸੀਂ ਬੜੇ ਸਾਰੇ ਸਿੱਖਾਂ ਪਰਿਵਾਰਾਂ ਦੇ ਜਵਾਕਾਂ ਨੂੰ ਪੁੱਛ ਲਓ ਜਿਹੜੇ ਕਨਵੈਂਟਾਂ 'ਚ ਪੜ੍ਹਦੇ ਆ, ਉਹਨਾਂ ਨੂੰ ਜਾਂ ਕਿਸੇ ਵੱਡੇ ਜਥੇਦਾਰ ਨੂੰ ਹੀ ਪੁੱਛ ਲਿਓ, ਜਾਂ ਕਿਸੇ ਬੜੇ ਉੱਚੇ ਨੇਤਾ ਨੂੰ ਪੁੱਛ ਲਿਓ ਜਿਹੜਾ ਸਿੱਖ ਧਾਰੀ ਹੋਊਗਾ, ਉਹਨੂੰ ਤੁਸੀਂ ਪੁੱਛ ਲਿਓ ਵੀ 10 ਗੁਰੂਆਂ ਦੇ ਨਾਮ ਮੂੰਹ ਜ਼ਬਾਨੀ ਸੁਣਾ ਦੇ। ਉਹ ਫਿਰ ਆਪਣੇ ਮਨ ਦੇ ਵਿੱਚ ਅਰਦਾਸ ਕਰਨੀ ਸ਼ੁਰੂ ਕਰ ਦਿੰਦੇ, ਪ੍ਰਥਮ ਭਗਵਤੀ ਸਿਮਰ ਕੇ ਫਿਰ ਨਾਂ ਗਿਣਦੇ ਰਹਿੰਦੇ, ਜਦੋਂ ਆ ਜਾਂਦੇ ਫਿਰ ਦੱਸ ਦਿੰਦੇ ਜੀ ਆਹ ਨਾਂ ਹੈ। ਇਹ ਆ। ਸੋ SGPC ਦਾ ਕਰੋੜਾਂ ਦਾ ਬਜਟ ਆ ਜੀ। ਜੇ ਉਹ ਕਰਨਾ ਚਾਹੁੰਦੀ ਹੈ ਤੇ ਸਿੱਖੀ ਦਾ ਪਸਾਰ ਕਰੇ, ਸਾਡੀ ਗੁਰਮੁਖੀ ਦਾ ਪਸਾਰ ਕਰੇ, ਗੁਰੂ ਬੋਲੀ ਦਾ ਪਸਾਰ ਕਰੇ, ਇਹਦੇ ਨਾਲ ਇਹ ਹੋਊਗਾ ਕਿ ਪੰਜਾਬ ਦੀ ਰਹਿਤਲ, ਕਿਉਂਕਿ ਦੇਖੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਹੜਾ ਹੈ ਨਾ, ਉਹ ਕਹਿੰਦੇ ਨੇ ਕਿ ਅਵਲ ਅੱਲਾਹ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਬੰਦੇ। ਇਹ ਵਾਲਾ ਜਿਹੜਾ ਪਸਾਰ ਆ ਨਾ ਪੰਜਾਬ ਦੇ ਵਿੱਚ ਹੋਣਾ ਚਾਹੀਦਾ, ਕਿਉਂਕਿ ਹੁਣ ਪੰਜਾਬ ਦੇ ਵਿੱਚ ਫਿਰਕੂਪੁਣਾ ਦਿਖਦਾ ਆ। ਪਟਿਆਲਾ ਹੋ ਗਿਆ ਜੀ, ਫਿਰ ਜੂਨ ਦੇ ਮਹੀਨੇ ਅਸੀਂ ਦੇਖਿਆ ਜੋ ਸੰਦੀਪ ਨੰਗਲ ਅੰਬੀਆਂ ਦਾ ਕਤਲ ਹੋਇਆ, ਉਸ ਤੋਂ ਬਾਅਦ ਵਿੱਚ ਜਿਉਂ ਤੁਰਿਆ। ਫਿਰ ਮੈਂ ਜੇ ਬਾਦਲ ਸਰਕਾਰ ਦੇ ਵੇਲੇ ਦੀ ਗੱਲ ਕਰ ਲਵਾਂ ਤੇ ਉਸ ਵੇਲੇ ਚੋਣ ਪ੍ਰਚਾਰ ਵੀ ਸਿਮਗਿਆ ਹੋਇਆ, ਹੌਲੀ ਹੌਲੀ ਕਰਕੇ ਚੋਣਾਂ ਦਾ ਆਗਮਨ ਹੋ ਰਿਹਾ ਸੀਗਾ। ਜਿੱਦਾਂ ਮਿੱਢੂ ਖੇੜੇ ਦਾ ਕਤਲ ਹੋਇਆ, ਮਤਲਬ ਉਹ ਇੱਕ ਜਿਹੜੀ ਹੈਗੀ ਨਾ ਇੱਕ ਪਲੇਟਫਾਰਮ ਸੀ, ਉੱਥੋਂ ਬਣਦਾ ਹੁਣ ਅਸੀਂ ਇੱਥੇ ਤੱਕ ਆ ਗਏ ਹਾਂ। ਕਿੰਨੇ ਸਾਰੇ ਖਿਡਾਰੀ ਮਰ ਚੁੱਕੇ ਨੇ। ਉਸ ਤੋਂ ਬਾਅਦ ਵਿੱਚ ਫਿਰ ਸ਼ਰੇਆਮ ਜਦੋਂ ਅਸੀਂ ਅਖਬਾਰਾਂ ਦੀਆਂ ਸੁਰਖੀਆਂ ਦੇਖਦੇ ਹਾਂ, ਸਾਡੇ ਪੰਜਾਬ ਦੀਆਂ ਸੁਰਖੀਆਂ ਦੇਖਣ ਨੂੰ ਮਿਲਦੀਆਂ, ਪਹਿਲੇ ਨੰਬਰ 'ਤੇ ਇਹੀ ਹੁੰਦਾ ਆ ਵੀ ਹਿੰਦੂਆਂ ਨਾਲ ਸਿੱਖ ਲੜ ਪਏ ਨੇ, ਕਿਤੇ ਨਾ ਕਿਤੇ ਇਸ ਤਬਕੇ ਦੇ ਨਾਲ ਆਹ ਲੜ ਪਿਆ, ਇੱਥੋਂ ਤੱਕ ਕਿਸਾਨ ਨਾਲ ਮਜ਼ਦੂਰ ਫਸ ਗਿਆ।
ਸੋ ਇਹ ਜਿਹੜੀਆਂ ਵੰਡਾਂ ਨੇ ਇਹ ਸਾਨੂੰ ਕਿਤੇ ਨਾ ਕਿਤੇ ਨਿਘਾਰ ਵੱਲ ਲੈ ਕੇ ਜਾਣਗੀਆਂ ਜ਼ਰੂਰ। ਬਾਕੀ ਮੈਂ ਉਹੀ ਗੱਲ ਕਹਿਣਾ ਕਿ ਜਦੋਂ ਤੁਹਾਡੇ ਕੋਲੇ ਐਡਾ ਬਜਟ ਆ, ਤੁਸੀਂ ਸਕੂਲ ਕਾਲਜ ਵੀ ਖੋਲ੍ਹਿਆ, ਤੁਹਾਡੀ ਸਿੱਖੀ, ਅਸੀਂ ਕਹਿੰਦੇ ਕਿ ਸਿੱਖੀ ਦਾ ਉਹ ਜਿਹੜਾ ਮਤਲਬ ਹੈ ਸਿੱਖਣਾ, ਉਹ ਕਿਉਂ ਨਹੀਂ ਪਸਾਰ ਹੋਇਆ? ਬਿਲਕੁਲ। ਕਿਉਂ ਪੰਜਾਬ ਦੇ ਵਿੱਚ ਨਸ਼ਾ ਹੋ ਗਿਆ? ਕਹਿੰਦੇ ਨੇ, ਮੈਂ ਅੱਜ ਤੱਕ ਨਹੀਂ ਦੇਖਿਆ ਕਿ ਜਿਹੜਾ ਦਿਮਾਗੀ ਤੌਰ ਤੇ ਬੜਾ ਚੰਗਾ ਹੋਊਗਾ, ਮਾਨਸਿਕ ਤੌਰ ਤੇ ਚੰਗਾ ਨੌਜਵਾਨ ਹੋਊਗਾ, ਸਿੱਖ ਹੋਊਗਾ, ਪਹਿਲੀ ਤਾਂ ਤੁਸੀਂ ਦਸਤਾਰ ਸਜਾ ਲਓ, ਚਾਹੇ, ਕਿਉਂਕਿ ਹੁਣ ਸਾਡੇ ਵੀ ਕਜ਼ਨ ਜਿਹੜੇ ਨੇ ਉਹ ਸਾਰੇ ਇਦਾਂ ਹੀ ਆ, ਦਸਤਾਰ ਸਜਾ ਲਓ। ਜੇ ਮੈਂ ਇਹਦੇ ਨਾਲ ਇੱਕ ਹੋਰ ਗੱਲ ਐਡ ਕਰਦੇ ਆ ਵੀ ਜੇ ਇੱਕ ਬੰਦਾ ਦਾੜੀ ਕੱਟੀ ਵਾਲਾ ਹੈਗਾ ਆ, ਉਹਦਾ ਅੱਜ ਮਨ ਬਣ ਗਿਆ ਵੀ ਚਲੋ ਕੋਈ ਗੱਲ ਨਹੀਂ ਮੈਂ ਇਦਾਂ ਕਰਦਾ ਵੀ ਦਸਤਾਰ ਸਜਾ ਲੈਣਾ, ਹੌਲੀ ਹੌਲੀ ਕਰਕੇ ਉਹ ਸਿੱਖੀ ਵੱਲ ਪ੍ਰੇਰਿਤ ਹੋ ਰਿਹਾ ਵੀ ਮੈਂ ਆਪਣੇ ਉਸ ਰੂਪ ਦੇ ਵਿੱਚ ਆਉਣਾ ਚਾਹੁੰਦਾ। ਕਿਉਂਕਿ ਇੱਥੇ ਜਿਹੜੇ ਲੋਕ ਬਹੁਤ ਵੱਡੇ ਵੱਡੇ ਭਾਸ਼ਣ ਦਿੰਦੇ ਆ ਨਾ ਆਪਣੇ ਆਪਣੇ ਨਿਆਣਿਆਂ ਨੂੰ ਬਾਹਰਲੇ ਮੁਲਕਾਂ ਵਿੱਚ ਸੈੱਟ ਸੁੱਟ ਕਰਕੇ, ਉਧਰ ਉਹ ਕੋਈ ਮਤਲਬ ਤੁਹਾਨੂੰ ਬਹੁਤ ਰੇਅਰ ਕੇਸ ਹੋਊਗਾ ਕਿ 10% ਉੱਥੇ ਸਿੱਖ ਮਿਲਣਗੇ ਤੇ ਉਸ ਤੋਂ ਬਾਅਦ ਵਿੱਚ ਸਾਰੇ ਮੋਨੇ ਹੀ ਮਿਲਣਗੇ, ਪਰ ਉਹ ਸਿੱਖੀ ਵਾਸਤੇ ਝੰਡਾ ਬੁਲੰਦ ਕਰਕੇ ਇਦਾਂ ਖੜੇ ਹੁੰਦੇ ਆ ਵੀ ਜਿੱਦਾਂ ਸਿੱਖੀ ਜਿਹੜੀ ਹੈਗੀ ਆ ਸਾਡੀ ਜ਼ਗੀਰ ਹੈਗੀ ਆ, ਹੋਰ ਕਿਸੇ ਦੀ ਨਹੀਂ ਹੈਗੀ। ਇੱਥੇ ਜੇ ਪੰਜਾਬ ਦੇ ਵਿੱਚ ਜੇ ਆਪਾਂ ਖਾਸ ਤੌਰ ਦੇ ਉੱਤੇ ਗੱਲ ਕਰ ਲਈਏ, ਇੱਕ ਕੱਟੀ ਦਾੜੀ ਵਾਲਾ ਬੰਦਾ ਜਿਹੜਾ ਹੈ ਉਹ ਅੱਜ ਦਿਲ ਉਹਦਾ ਕਰਦਾ ਕਿ ਮੈਂ ਸਾਫਾ ਬੰਨਣਾ ਸ਼ੁਰੂ ਕਰ ਦਿਆਂ, ਹੌਲੀ ਹੌਲੀ ਦਮਾਲਾ ਸਭ ਸਜਾ ਲੂੰਗਾ, ਚਲੋ ਹੈ ਨਾ, ਇੱਕ ਪਿਰ ਤੋਂ ਨੇ ਪਾਈ ਆ, ਦੂਜੇ ਦਿਨ, ਤੀਜੇ ਦਿਨ, ਚੌਥੇ ਦਿਨ ਹੋਰ ਦਾ ਹੋਰ ਹੁੰਦਾ ਜਾ ਰਿਹਾ ਉਹ, ਪਰ ਫਿਰ ਕੋਈ ਨਾ ਕੋਈ ਜਥੇਬੰਦੀ ਆ ਕੇ ਉਹਦੇ ਬਰੂਹਾਂ ਤੇ ਦਸਤਕ ਦਿੰਦੀ ਆ, ਬਾਹਰ ਨਿਕਲਦੇ ਨੂੰ ਅਸੀਂ ਦੇਖਦੇ ਆ, ਤੂੰ ਆ ਦਾੜੀ ਕੱਟੀ ਸੀਗੀ ਤਾਂ ਹੁਣ ਕਿੱਦਾਂ ਬਣ ਗਿਆ, ਹੈ ਨਾ। ਕਿਤੇ ਨਾ ਕਿਤੇ ਇਹ ਜਿਹੜੀਆਂ ਚੀਜ਼ਾਂ ਵੀ ਨੇ ਇਹ ਵੀ ਸਾਡੀ ਸਿੱਖੀ ਨੂੰ ਢਾਹ ਲਾ ਰਹੀਆਂ। ਦੇਖੋ, ਕੱਟੜਤਾ ਤਾਂ ਹਰ ਜਗ੍ਹਾ ਮਾੜੀ ਹੈ ਨਾ, ਕਿਸੇ ਵੀ ਧਰਮ 'ਚ ਹੋਵੇ, ਕਿਸੇ ਵੀ ਪ੍ਰੋਫੈਸ਼ਨ 'ਚ ਹੋਵੇ, ਕਿਸੇ ਵੀ ਜਗ੍ਹਾ 'ਚ ਹੋਵੇ, ਕੱਟੜਤਾ ਹਰ ਜਗ੍ਹਾ ਮਾੜੀ ਹੈ। ਪਰ ਮੈਂ ਉਹ ਗੱਲ ਨਹੀਂ ਕਹਿ ਰਿਹਾ, ਮੈਂ ਇਹ ਕਹਿ ਰਿਹਾ ਕਿ ਨਸ਼ਾ ਪੰਜਾਬ 'ਚ ਆਉਂਦਾ ਹੀ ਨਾ ਜੇ ਪੰਜਾਬ ਦੇ ਨਿਆਣੇ ਜਿਹੜੇ ਨੇ ਨਾ ਉਹ ਸਿੱਖੀ ਨਾਲ ਜੁੜੇ ਹੁੰਦੇ, ਜਾਂ ਜ਼ਰੂਰੀ ਨਹੀਂ ਕਿ ਉਹ ਦਸਤਾਰ ਸਜਾਉਂਦੇ, ਕੇਸ ਰੱਖਦੇ, ਉਹਨਾਂ ਦੀਆਂ ਕਦਰਾਂ ਕੀਮਤਾਂ ਇੰਨੀਆਂ ਉੱਚੀਆਂ ਸੁੱਚੀਆਂ ਹੁੰਦੀਆਂ ਕਿ ਉਹਨਾਂ ਨੂੰ ਲੱਗਦਾ ਕਿ ਬਈ ਅਸੀਂ ਹੋਰ ਕਰ ਲਈਏ ਮਰਜ਼ੀ। ਜੀ, ਗੁਰੂ ਸਾਹਿਬ ਨੇ ਇਹ ਕਿਹਾ ਸੀ ਅਸੀਂ ਇਹ ਨਹੀਂ ਕਰਨਾ ਹੈਗਾ। ਹੁਣ ਮੈਂ ਬੜੇ ਵਾਰ ਦੇਖਦਾ ਨਾ, ਵੈਸੇ ਜਦੋਂ ਤੁਸੀਂ ਪੰਜਾਬ ਦੀ ਗੱਲ ਕਰ ਲਓ ਨਾ, ਪੰਜਾਬ ਦੇ ਵਿੱਚ ਹਜੇ ਵੀ ਜੇ ਕ੍ਰਿਮੀਨਲ ਹਾਰਮੋਨੀ ਦੀ ਗੱਲ ਕਰੀਏ, ਜਦੋਂ ਤੁਸੀਂ ਕਹਿੰਦੇ ਫਿਰਕੂ ਪ੍ਰਸਤੀ ਹੋ ਗਈ ਆ, ਪਰ ਉਸੇ ਲੈਵਲ ਤੇ ਨਹੀਂ ਜਿੰਨੀਆਂ ਬਾਕੀ ਸਟੇਟਸ ਤੇ ਆ। ਜੀ, ਰੇਪ ਦੀ ਗੱਲ ਕਰੀਏ ਉਸੇ ਲੈਵਲ ਤੇ ਨਹੀਂ, ਮੈਨੂੰ ਤਾਂ ਇੱਕਾ ਦੁੱਕਾ ਕੇਸ ਸਾਡੇ ਇੱਥੇ ਹੁੰਦਾ। ਅਸੀਂ ਕਦਰਾਂ ਕੀਮਤਾਂ ਸਾਡੇ ਉਹੀ ਆ ਜੀ, ਪਰ ਇਹਨਾਂ ਕਦਰਾਂ ਕੀਮਤਾਂ ਨੂੰ ਨਿਘਾਰ ਵੱਲ ਤੋਂ ਬਚਾਉਣ ਦੇ ਲਈ ਵੀ ਉਪਰਾਲੇ ਜ਼ਰੂਰੀ ਆ, ਨਾ ਕਿ ਰਾਜਨੀਤੀ ਕਰਨੀ ਹੈ, ਕਿਉਂਕਿ ਰਾਜਨੀਤੀ ਜਿਹੜੀ ਆ ਉਹ ਸਾਨੂੰ ਸ਼ਰੇਆਮ ਦੀਦੀ ਆ। ਮਤਲਬ ਹੁਣ ਸੁਧਾਰ ਜਿਹੜਾ ਹੈਗਾ ਆ ਉਹ ਸਾਡੇ ਜਿਹੜੇ ਨੇਤਾ ਨੇ, MLAs MP ਆ, ਉਹਨਾਂ ਨੂੰ ਵੀ ਕਰਨਾ ਪੈਣਾ, ਉਹਨਾਂ ਨੂੰ ਵੀ ਥੋੜ੍ਹੇ ਜਿਹੇ ਸਟੈਪ ਫਾਰਵਰਡ ਕਰਨੇ ਪੈਣੇ ਵੀ ਭਾਈ ਅੱਗੇ ਜਾ ਕੇ ਦੇਖੀਏ ਵੀ ਨਾ ਤਾਂ ਕਦਰਾਂ ਕੀਮਤਾਂ ਸਾਡੀਆਂ ਕਿਹੜੀਆਂ ਕਿ ਕਿਸ ਤਰੀਕੇ ਨਾਲ, ਇਹ ਤਾਂ ਨਹੀਂ ਕਿਤੇ ਉਹ ਇਕੱਲਾ ਪੈਸਾ ਹੀ ਦੇਖਦੇ ਰਹਿੰਦੇ ਆ ਵੀ ਸਾਡਾ ਇੱਕ ਪੈਨਸ਼ਨ ਮਿਲਣੀ ਸੀ, 1 ਪੈਨਸ਼ਨ 1 ਰੂਲ ਹੋ ਜਾਣਾ, ਤੇ ਉਹ ਡਰੇ ਪਏ ਸੀਗੇ। ਹੁਣ ਸ਼ਾਇਦ ਉਹ ਬਾਹਰ ਨਿਕਲ ਕੇ ਆਉਣਗੇ ਕਿਉਂਕਿ ਗਵਰਨਰ ਸਾਹਿਬ ਨੇ ਹੁਣ ਰੋਕ ਲਾਤੀ ਨਾ। ਜੀ ਹਾਂ, ਦੇਖੋ ਜਦੋਂ ਅਸੀਂ ਗੱਲ ਕਰਦੇ ਸੀ ਨਾ ਵੀ ਮਾਨ ਸਾਹਿਬ ਨੇ ਕਿਹਾ ਸੀ ਵੀ ਇੱਕ MLA ਚਾਹੇ 7 ਵਾਰੀ MLA ਬਣ ਜਾਏ, 8 ਵਾਰੀ ਮਿਲ ਜਾਏ, ਉਹਨੂੰ ਇੱਕ ਪੈਨਸ਼ਨ ਹੋਣੀ ਚਾਹੀਦੀ, ਇੱਕੋ ਕਿਉਂਕਿ ਪੰਜਾਬ ਦੇ ਵਿੱਚ ਵਹੀ ਦੇਖਿਆ 6-6 7-7 ਪੈਨਸ਼ਨਾਂ ਲੈਣ ਡੇ। ਹਾਲਾਂਕਿ ਵੱਡੇ ਬਾਦਲ ਸਾਹਿਬ ਨੇ ਪਿੱਛੇ ਜੇ ਜਦੋਂ 94 ਸਾਲਾਂ ਦੇ ਹੋਏ ਤੇ ਉਦੋਂ ਕਹਿ ਦਿੱਤਾ ਵੀ ਮੈਂ ਪੈਨਸ਼ਨਾਂ ਨਹੀਂ ਲੈਣੀਆਂ, ਪਹਿਲਾਂ ਉਹ ਲੈਂਦੇ ਆਏ ਆ ਜੀ, ਪਹਿਲਾਂ ਉਹ ਸਾਰੀਆਂ ਪੈਨਸ਼ਨਾਂ ਲੈਂਦੇ ਆਏ ਆ, 5 ਵਾਰ ਉਹ ਮੁੱਖ ਮੰਤਰੀ ਬਣੇ ਆ ਤੇ ਕਿੰਨੀ ਵਾਰੀ ਉਹ ਜਿੱਤੇ ਆ, ਉਹ ਸਾਰੀਆਂ ਪੈਨਸ਼ਨਾਂ ਲੈਂਦੇ ਆਏ ਆ। ਹੁਣ 94 ਸਾਲ ਦੇ ਆ ਕੇ ਉਹਨਾਂ ਨੇ ਕਹਿ ਦਿੱਤਾ ਵੀ ਚਲੋ ਹੁਣ ਨਹੀਂ ਮੈਂ ਲੈਣਾ ਜੀ, ਕਿਉਂਕਿ ਮੈਨੂੰ ਲੱਗਦਾ ਜੇ ਤੁਸੀਂ ਸੌਖੇ ਆ ਨਾ ਹਾਂਜੀ ਤੇ ਤੁਹਾਨੂੰ ਇਹ ਪੈਨਸ਼ਨਾਂ ਨਹੀਂ ਲੈਣੀਆਂ ਚਾਹੀਦੀਆਂ। ਮੈਨੂੰ ਯਾਦ ਆ ਮੈਂ ਕਾਲਜ ਪੜ੍ਹਦਾ ਹੁੰਦਾ ਸੀ ਤੇ ਖਬਰ ਪੜ੍ਹੀ ਸੀ ਮੈਂ ਅਖਬਾਰ ਦੇ ਵਿੱਚ ਕਿ ਵੱਡੇ ਬਾਦਲ ਸਾਹਿਬ ਦਾ ਜਨਮ ਦਿਨ ਮਨਾਇਆ ਗਿਆ ਤੇ ਕੇਕ ਬੜਾ ਵੱਡਾ ਲਿਆਂਦਾ। ਅੱਛਾ, ਕੇਕ ਦੇ ਪੈਸੇ ਸਾਰੇ ਸਰਕਾਰੀ ਖਜ਼ਾਨੇ ਚੋਂ ਲਿਆਂਦੇ। ਅੱਛਾ, ਤੇ ਹੁਣ ਫਿਰ ਮੈਂ ਉਹ ਵੀ ਖਬਰ ਪੜ੍ਹੀ ਜਿਹੜੀ 94 ਸਾਲ ਬਾਅਦ ਵੀ ਉਹਨਾਂ ਨੇ 94 ਸਾਲਾਂ ਦੇ ਹੋ ਕੇ ਕਹਿ ਦਿੱਤਾ ਵੀ ਨਹੀਂ ਹੁਣ ਨਹੀਂ ਪੈਨਸ਼ਨ ਲੈਣੀ। ਹੋ ਸਕਦਾ ਵੱਧਦੀ ਉਮਰ ਨਾਲ ਬੰਦਾ ਜਿਹੜਾ ਹੈਗਾ ਸਮਝਦਾਰ ਹੁੰਦਾ। ਨਹੀਂ, ਜੇ ਐਡੀ ਉਮਰ ਨਾਲ ਸਿੱਖਣਾ ਤੇ ਫਿਰ ਮੈਨੂੰ ਲੱਗਦਾ ਕਿ ਉਹ ਇਹ ਵੀ ਸਿੱਖ ਲੈਂਦੇ ਸੀ, ਐਡੀ ਉਮਰ 'ਚ ਮੈਨੂੰ ਇਲੈਕਸ਼ਨ ਵੀ ਲੜਨੇ ਚਾਹੀਦੇ। ਚੁੱਕ ਕੇ ਖੜਾ ਕਰਦੇ ਸੀ ਉਹਨਾਂ ਨੂੰ। ਸੋ ਉਦੋਂ ਤੇ ਹੁਣ ਮੰਥਨ ਤੇ ਵੀ ਲੱਗੇ ਹੋਏ ਆ ਵੀ ਕਿਉਂ ਹਾਰੇ ਆ, ਵੀ ਤੁਹਾਨੂੰ ਨਹੀਂ ਪਤਾ ਕਿਉਂ ਹਾਰੇ ਆ, ਹੈ ਨਾ, ਐਡਾ ਤਾਂ ਪਤਾ ਹੀ ਹੁੰਦਾ ਵੀ ਅਸੀਂ ਕਿਉਂ, ਬਿਲਕੁਲ ਤੁਹਾਡਾ ਏਰੀਆ ਆ। ਉਹਨਾਂ ਦੇ ਨਾਲ ਤੇ ਉਹ ਹੋਈ ਆ ਵੀ ਮੈਨੂੰ ਮਾਲਵੇ ਖੇਤਰ ਨੂੰ ਉਦੋਂ ਦੇਖਣ ਦਾ ਮੌਕਾ ਮਿਲਿਆ ਜਦੋਂ ਇਲੈਕਸ਼ਨ ਸੀ, ਇਸ ਵਾਰ ਵਾਲੇ ਇਲੈਕਸ਼ਨ। ਹਾਂਜੀ, ਮੈਨੂੰ ਕੋਈ ਮੇਰਾ ਮਿੱਤਰ ਪੁੱਛਦਾ ਵੀ ਕੀ ਬਣੂਗਾ, ਮੈਂ ਕਿਹਾ ਵੀ ਬੜੀ ਬਹੁਤ ਰੈਲੀ ਹੈ, ਸੁਖਬੀਰ ਬਾਦਲ ਰੈਲੀ ਕਰਦਾ, ਐਡੇ ਲੋਕ, ਮੈਂ ਕਿਹਾ ਹੁੰਦੇ ਆ, ਇੱਦਾਂ ਲੱਗਦਾ ਮਾਲਵਾ ਬੈਲਟ ਤਾਂ ਲੈ ਜੂਗੇ ਬਈ, ਬਠਿੰਡੇ 'ਚ ਤਾਂ ਇਹਨਾਂ ਦਾ ਬਹੁਤ ਹੋ ਗਿਆ, ਹੋਲਡ ਵੀ ਬਹੁਤ ਹੈ, ਹੋਲਡ ਵੀ, ਮੈਂ ਕਿਹਾ ਪਹਿਲਾਂ ਵੀ ਹੋਲਡ ਬਹੁਤ ਹੈ ਤੇ ਕਿਉਂਕਿ ਹੈ ਨਾ ਇਹ ਲੈ ਜਾਣਗੇ ਜੀ, ਕਿਉਂਕਿ ਲੋਕ ਬਹੁਤ ਸੀਗੇ ਇਹਨਾਂ ਦੀਆਂ ਰੈਲੀਆਂ 'ਚ, ਇੰਨੇ ਲੋਕ ਸੀਗੇ ਨਾ ਗਗਨ ਜੀ, ਤੁਸੀਂ ਲਾਓ ਰੱਬ ਦਾ ਨਾਂ। ਲੋਕਾਂ ਨੇ ਵੀ ਫਿਰ ਇਹਨਾਂ ਦੇ ਨਾਲ ਕੀਤੀ, ਇਹਨਾਂ ਦੇ ਨਾਲ ਖੜੇ ਰਹੇ ਐਂਡ ਤੱਕ। ਹਾਂਜੀ, ਵੋਟਾਂ ਕਿਸੇ ਹੋਰ ਬੰਨੇ ਪਾਏ,
ਤੇ ਫਿਰ ਇਹਨਾਂ ਨੂੰ ਪਤਾ ਲੱਗਿਆ ਜਦੋਂ ਇਲੈਕਸ਼ਨ ਵਾਲੇ ਦਿਨ ਰਿਜ਼ਲਟ ਵਾਲੇ ਦਿਨ ਇਕੱਲੇ ਰਹਿ ਗਏ। ਸੋ ਉਹ ਗੱਲ ਵੀ ਆ। ਤੇ ਹੁਣ ਪੈਨਸ਼ਨ ਤੇ ਆਪਾਂ ਆਉਂਦੇ ਆ ਕਿ ਰਾਜਪਾਲ ਸਾਹਿਬ ਕਹਿੰਦੇ ਨੇ, ਸੌਰੀ ਮਾਫ ਕਰਨਾ, ਗਵਰਨਰ ਸਾਹਿਬ ਸਾਡੇ ਜਿਹੜੇ ਨੇ ਉਹ ਕਹਿੰਦੇ ਨੇ ਕਿ ਵੀ ਤੁਸੀਂ ਪਹਿਲਾਂ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕਰੋ, ਤੁਸੀਂ ਐਦਾਂ ਨਹੀਂ ਕਰ ਸਕਦੇ ਜੀ। ਹੁਣ ਐਦਾਂ ਕਿਉਂ ਨਹੀਂ ਕਰ ਸਕਦੇ? ਇਹ ਜਿਹੜਾ ਜੇ ਕਹਿ ਲਈਏ ਕਿ ਮਤਾ ਆ, ਇਹੀ ਸੇਮ ਤਰੀਕੇ ਨਾਲ ਲੋਕ ਸਭਾ ਦੇ ਵਿੱਚ ਪਾਸ ਹੁੰਦਾ। ਜਿਹੜਾ ਕਾਨੂੰਨ ਪਾਸ ਹੋਏ ਸੀਗੇ ਜਦੋਂ ਕਰੋਨਾ ਬ੍ਰੇਕ ਹੋਇਆ ਸੀਗਾ, ਕਰੋਨਾ ਲੱਗਿਆ ਸੀਗਾ, ਕਰੋਨਾ ਹੋਇਆ ਸੀਗਾ ਜੀ, ਉਦੋਂ ਸਾਰੇ ਰੂਲ ਇੱਦਾਂ ਹੀ ਪਾਸ ਹੋਏ, ਬੜੇ ਵੱਡੇ ਵੱਡੇ ਰੂਲ ਉੱਦਾਂ ਹੀ ਪਾਸ ਹੋਏ, ਕਿਉਂਕਿ ਮੈਜੋਰਿਟੀ ਬਹੁਤ ਆ। ਮੋਦੀ ਸਰਕਾਰ ਤੋਂ ਬੜੀ ਮੈਜੋਰਿਟੀ ਹੈ। ਕਿਤੇ ਕਿਤੇ ਲੱਗਦਾ ਤੁਹਾਨੂੰ ਵੀ ਕੋਈ ਚੋਰ ਮੋਰੀ ਜਿਹੜੀ ਹੈਗੀ ਰੱਖ ਲਈ ਆ? ਨਹੀਂ, ਚੋਰ ਮੋਰੀ ਤਾਂ ਮੈਨੂੰ ਸ਼ੁਰੂ ਤੋਂ ਲੱਗਦੀ ਸੀਗੀ, ਰੱਖ ਲਈ ਕੀ ਕਿਹਾ। ਦੇਖੋ 92 ਦੇ 92 ਕੱਲ੍ਹ ਨੂੰ ਵਿਧਾਨ ਸਭਾ 'ਚ ਵੀ ਪਾਸ ਕਰਕੇ ਦੇ ਦੇਣਗੇ। ਉਹ ਬਸ ਇਹ ਹੈ ਕਿ ਟਾਈਮ ਟਪਾਉਣਾ, ਕਿਉਂਕਿ ਵਿਧਾਨ ਸਭਾ ਦਾ ਸੈਸ਼ਨ ਜੂਨ 'ਚ ਆ ਤੇ ਜੂਨ ਤੋਂ ਬਾਅਦ ਫਿਰ ਕਰਨਗੇ। ਜੂਨ ਤੋਂ ਬਾਅਦ ਫਿਰ 1-2 ਮਹੀਨਾ ਸਾਹਿਬ ਹੁਣੀ ਸਾਈਨ ਕਰਨ ਨੂੰ ਲਾ ਦੇਣਗੇ ਤੇ ਉਹ ਇਹ ਸਿਰਫ ਟਾਈਮ ਟਪਾਉਣਾ। ਨਹੀਂ ਤਾਂ 92 ਦੀ ਮੈਜੋਰਿਟੀ ਅਗਲੇ ਜੋ ਮਰਜ਼ੀ ਕਰ ਲੈਣ, ਤੁਸੀਂ ਸਾਈਨ ਕਰਨਾ, ਕਿਉਂਕਿ ਕੱਲ੍ਹ ਨੂੰ ਵੀ ਤਾਂ ਇਹੀ ਕੁਛ ਹੀ ਹੋਣਾ। ਬਿਲਕੁਲ ਤੁਸੀਂ ਕਰੋ, ਕਿਉਂਕਿ ਸੈਸ਼ਨ ਹਲੇ ਜੂਨ 'ਚ, ਇਸ ਕਰਕੇ ਉਹਨਾਂ ਨੇ ਤੁਹਾਡੇ ਕੋਲੇ ਦਰਖਾਸਤ ਕੀਤੀ ਹੈ, ਤੁਸੀਂ ਕਰ ਲਓ। ਤੇ ਕੇਂਦਰ 'ਚ ਵੀ ਤਾਂ ਸੇਮ ਹੀ ਹੁੰਦਾ। ਇਹ ਚੀਜ਼ਾਂ ਜਿਹੜੀਆਂ ਨੇ ਨਾ, ਇਹ ਬਾਕੀ ਸਵਾਲਾਂ ਦੇ ਘੇਰੇ 'ਚ ਤਾਂ ਆਉਂਦੀਆਂ ਗਗਨ ਜੀ, ਕਿ ਕਿਉਂ ਨਹੀਂ। ਮੈਨੂੰ ਤੇ ਕੁਲਤਾਰ ਸਿੰਘ ਸੰਧਵਾ ਹੁਣੀ ਕਹੀ ਜਾਂਦੇ ਆ ਵੀ ਇਸ ਵਾਰ ਦਾ ਜਿਹੜਾ ਬਜਟ ਪੇਸ਼ ਹੋਣਾ ਨਾ, ਉਹ ਕਾਫੀ ਲੰਬਾ ਚੱਲੂਗਾ। ਅੱਜ ਤੱਕ ਦਾ ਜਿਹੜਾ ਪੰਜਾਬ ਦਾ ਬਜਟ ਹੋਊਗਾ ਨਾ, ਉਹਦੇ ਨਾਲੋਂ ਸਭ ਤੋਂ ਲੰਬਾ ਚੱਲੂਗਾ, ਔਰ ਉਹ ਡਿਜੀਟਲ ਹੋਊਗਾ। ਨਹੀਂ, ਚਲੋ ਬਜਟ ਤੇ ਚਲੋ ਲੰਬਾ ਕਰ ਲੈਣ, ਹਾਂਜੀ, ਪਰ ਮੈਂ ਦੇਖਿਆ ਵੀ ਬਜਟ ਬਹੁਤੇ ਲੋਕਾਂ ਨੂੰ ਨਾ ਸਮਝ ਨਹੀਂ ਆਉਂਦਾ। ਹੁਣ ਆਮ ਲੋਕੀ, ਆਮ ਬੰਦਾ ਜਿਹੜਾ ਬਹਿ ਕੇ ਉੱਥੇ ਸੁਣਦਾ ਹੁੰਦਾ ਨਾ, ਜਿੱਦਾਂ ਹੁਣ ਮੇਰਾ ਬਾਪੂ ਵੀ ਸੁਣਦਾ ਹੋਊ ਤਾਂ ਤੁਹਾਡਾ ਵੀ ਸੁਣਦੇ ਹੋਣਗੇ। ਬਿਲਕੁਲ, ਹਨਾ। ਤੇ ਉਹ ਕਹਿੰਦੇ ਵੀ ਆਹ ਦੱਸੀ ਜਾਣ ਡਿਆ ਅਲੋਟਮੈਂਟ ਇੱਥੇ ਆ, ਇੱਥੇ ਆ, ਇੱਥੇ ਆ। ਬਾਅਦ 2 ਸਾਲਾਂ ਬਾਅਦ ਦੇਖੋ ਕਿਤੇ ਅਲੋਟਮੈਂਟ ਨਜ਼ਰ ਨਹੀਂ ਆਉਂਦੀ, ਲੱਗੇ ਹੋਏ ਨਜ਼ਰ ਨਹੀਂ ਆਉਂਦੇ। ਲੋਕਾਂ ਨੂੰ ਬਜਟ ਦੇ ਨਾਲ ਕੋਈ ਮਤਲਬ ਨਹੀਂ। ਲੋਕਾਂ ਨੂੰ ਬਦਲਾਅ ਚਾਹੀਦਾ, ਬਦਲਾਅ ਚਾਹੀਦਾ। ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਪੁੱਛਦੀ, ਸੁਝਾਅ ਪੁੱਛਦੀ, ਤੁਹਾਨੂੰ ਬਜਟ ਕਿੱਦਾਂ ਦਾ ਚਾਹੀਦਾ? ਬਈ ਇਹ CA ਲੱਗੇ ਆ ਜਾਂ ਇਕਨੋਮਿਕ ਐਕਸਪਰਟ ਆ, ਤੁਹਾਡੇ ਕੋਲੇ ਲੋਕ ਨਹੀਂ ਹੈਗੇ। ਇਹਨਾਂ ਨੂੰ ਕੀ ਚਾਹੀਦਾ? ਇਹਨਾਂ ਨੂੰ ਤਾਂ ਸਿਰਫ ਰਿਜ਼ਲਟ ਚਾਹੀਦਾ। ਫਿਰ ਬਜਟ ਦੇ ਉੱਤੇ ਸੁਝਾਅ ਵੀ ਇਹਨਾਂ ਨੂੰ ਵੇਖ ਲਓ ਕਿੱਦਾਂ ਦੇ ਆਏ ਆ ਗਗਨ ਜੀ। ਕੋਈ ਕਹਿੰਦਾ ਜੀ ਸਾਨੂੰ ਹੈਲਥ ਵਧੀਆ ਚਾਹੀਦੀ ਹੈ ਜੀ, ਕੋਈ ਕਹਿੰਦਾ ਜੀ ਸਾਨੂੰ ਹੁਣ ਬੇਸਿਕ ਚੀਜ਼ਾਂ ਤੁਹਾਨੂੰ ਵੀ ਪਤਾ, ਤੁਸੀਂ ਕਿਹੜਾ ਵੀ ਅੱਖਾਂ ਤੇ ਪੱਟੀ ਬੰਨ੍ਹ ਕੇ ਬੈਠੇ, ਤੁਹਾਨੂੰ ਨਹੀਂ ਦਿਖਦਾ ਵੀ ਇਹ ਚੀਜ਼ਾਂ ਤਾਂ ਬੇਸਿਕ ਹੁੰਦੀਆਂ, ਲੋਕਾਂ ਨੂੰ ਚਾਹੀਦੀਆਂ। 12ਵਾਂ ਸਾਲ ਹੋ ਗਿਆ, ਕੁੜੀਆਂ ਜਿਹੜੀਆਂ ਨੇ ਉਹ ਸਿੱਖਿਆ ਮੰਤਰੀ ਦੇ ਘਰ ਦੇ ਮੂਹਰੇ ਜਾ ਕੇ ਧਰਨਾ ਲਾ ਕੇ ਬੈਠੀਆਂ ਨੇ। 12 ਸਾਲ ਹੋ ਗਏ ਆ ਪੜ੍ਹਾਉਂਦੀਆਂ ਨੂੰ ਉਹਨਾਂ ਨੂੰ, ਤੇ ਕੁਝ ਪੜ੍ਹਾਉਂਦੀਆਂ ਨੇ, ਕੁਝ ਤਾਂ ਜਿਹੜੀਆਂ ਨੇ ਉਹ 2011 ਦੇ ਵਿੱਚ ਸਿਲੈਕਟ ਹੋਈਆਂ ਸੀਗੀਆਂ ਤੇ ਹੁਣ 2022 ਆ ਗਿਆ, ਔਰ 12 ਸਾਲ ਹੋ ਗਏ ਉਹਨਾਂ ਨੂੰ ਧਰਨਾ ਲਾਉਂਦੀਆਂ ਨੇ। ਉਹ ਵੱਧ ਮੈਰਿਟ ਵਾਲੀਆਂ ਨੇ, ਵੱਧ ਮੈਰਿਟ ਹੋਣ ਦੇ ਬਾਵਜੂਦ ਵੀ ਉਹ ਉੱਥੇ ਜਾ ਕੇ ਧਰਨਾ ਲਾ ਕੇ ਬੈਠੀਆਂ ਨੇ। ਤੇ ਜਿਹੜੀਆਂ 6-6 ਹਜ਼ਾਰ ਦੇ ਉੱਤੇ ਆ, ਮੈਂ ਉਹ ਅਧਿਆਪਕ ਦੀ ਇੱਕ ਨਾ ਖਬਰ ਪੜ੍ਹਦਾ ਸੀਗਾ, ਤੇ ਉਹ ਕਿਤੇ ਉਹ ਨਾ ਮੇਲਿਆਂ ਦੇ ਉੱਤੇ ਕਿਤੇ ਕਿਤੇ ਪਕੌੜਿਆਂ ਦੀ ਰੇਹੜੀ ਵੀ ਲਾਉਂਦਾ। 6000 ਰੁਪਏ ਉਹਦੀ ਤਨਖਾਹ ਆ। ਤੇ ਉਹ ਹੁਣ ਮੈਨੂੰ ਲੱਗਦਾ ਵੀ ਜੇ ਕਿਤੇ ਬਜਟ ਦੇ ਵਿੱਚ ਮਾੜਾ ਮੋਟਾ ਇਹਨਾਂ ਦਾ ਵੀ ਇੰਤਜ਼ਾਮ ਹੁੰਦਾ ਹੋਵੇ ਤਾਂ ਕਰ ਦੇਣਾ ਚਾਹੀਦਾ, ਪਰ ਪਤਾ ਨਹੀਂ ਕਿਉਂ ਸਰਕਾਰਾਂ ਨੇ ਉਹੀ ਲੋਲੀਪੌਪ ਦੇਣੇ ਨੇ ਜਿਹੜੇ ਲੋਕਾਂ ਨੇ ਉਹਨਾਂ ਨੂੰ ਵਾਪਸ 25 ਸਾਲ ਨਹੀਂ ਦੇਣੇ। ਦੇਖੋ ਗੱਲ ਤੇ ਉਹੀ ਆ ਨਾ ਕਿ ਲੋਕਾਂ ਨੂੰ ਕਿਸੇ ਨੂੰ, ਮੈਂ ਪਹਿਲਾਂ ਤਾਂ ਹੀ ਗੱਲ ਕਹਿ ਦਿੱਤੀ, ਲੋਕਾਂ ਨੂੰ ਮਤਲਬ ਨਹੀਂ ਹੈਗਾ ਜੀ। ਜਿਹਨੂੰ ਨੌਕਰੀ ਨਹੀਂ ਮਿਲੀ ਉਹਨੂੰ ਨੌਕਰੀ ਚਾਹੀਦੀ ਆ, ਜਿਹਨੂੰ ਕੱਪੜਾ ਨਹੀਂ ਮਿਲਦਾ ਉਹਨੂੰ ਕੱਪੜਾ ਚਾਹੀਦਾ, ਜਿਹਨੂੰ ਰੋਟੀ ਨਹੀਂ ਮਿਲੀ ਉਹਨੂੰ ਰੋਟੀ ਚਾਹੀਦੀ ਆ। ਫਿਰ ਮਸਲੇ ਸਰਕਾਰਾਂ ਨੇ ਹੱਲ ਕਰਨੇ ਹੁੰਦੇ ਆ, ਤੁਸੀਂ ਸਲਾਹਾਂ ਲੈ ਕੇ ਨਹੀਂ ਵੀ ਤੁਸੀਂ ਪਹਿਲਾਂ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਤਾਂ ਦੱਸਦਾ ਅਸੀਂ ਤਾਂ ਹਰ ਸਲਾਹ ਨਾਲ ਚੱਲਦੇ ਹਾਂ ਤੁਹਾਡੀ ਨਾਲ। ਕਹਿੰਦੇ ਹੁੰਦੇ ਨਾ ਕਿ ਉਹ ਸਭ ਤਕੜਾ ਜਿਹਾ ਜਥੇਦਾਰ ਹੁੰਦਾ, ਉਹ ਪੁੱਛ ਲੈਂਦਾ ਕਾਕਾ ਤੂੰ ਕੀ ਕਰਨਾ, ਤੂੰ ਕੀ ਕਰਨਾ, ਤੂੰ ਕੀ ਕਰਨਾ। ਇੱਕ ਨੂੰ ਪਹਿਲਾਂ ਆਪਣੇ ਕੰਨ 'ਚ ਦੱਸੀ ਵੀ ਤੂੰ ਇਹ ਕਹਿਣਾ ਤੇ ਮੈਂ ਕਹੂੰਗਾ ਹਾਂ ਆਹ ਗੱਲ ਠੀਕ ਆ। ਬਿਲਕੁਲ। ਤੇ ਸੇਮ ਇਹੀ ਚੀਜ਼ਾਂ ਹੁੰਦੀਆਂ, ਆਪ ਹੀ ਆਪਦਿਆਂ ਦੇ ਸ਼ਾਇਦ ਫੋਨ ਆ ਜਾਂਦੇ ਆ ਤੇ ਆਪਦੇ ਉਹ ਗੱਲਾਂ ਕਰ ਲੈਂਦੇ ਤੇ ਆਪ ਹੀ ਆ ਕੇ ਦੱਸ ਦਿੰਦੇ ਆ, ਆਪੇ ਮੈਂ ਰੱਜੀ ਪੁੱਜੀ, ਆਪੇ ਮੇਰੇ ਬੱਚੇ ਜੀ। ਵਾਕਈ ਸੋ ਉਹੀ ਉਹ ਮੈਨੂੰ ਲੱਗਦਾ ਇਹੀ ਚੀਜ਼ ਚੱਲਣ ਡਈ ਜੇ। ਪਰ ਫਿਰ ਵੀ ਜਦੋਂ ਅਸੀਂ ਨਾ ਅਰਾਜਕਤਾ ਦੀ ਗੱਲ ਕਰਦੇ ਹਾਂ, ਫਿਰਕਾ ਪ੍ਰਸਤੀ ਦੀ ਗੱਲ ਕਰਦੇ ਹਾਂ, ਫਿਰ ਤੁਸੀਂ ਦੇਖੋ ਮੈਨੂੰ ਕਿਤੇ ਕਿਤੇ ਇਹ ਲੱਗਦਾ ਹੁੰਦਾ ਵੀ ਪੰਜਾਬ ਕਿਤੇ ਲਹੂ ਲੁਹਾਣ ਤਾਂ ਨਹੀਂ ਹੋਇਆ। ਕਿਤੇ ਨਾ ਕਿਤੇ ਜਿਹੜੀਆਂ ਵਾਰਦਾਤਾਂ, ਹੁਣ ਮੈਂ GTB ਲੁਧਿਆਣੇ ਦੀ ਗੱਲ ਕਰਾਂ ਤੇ ਉਹ ਵੀ ਬੜੀ ਵੱਡੀ ਵਾਰਦਾਤ ਜਿਹੜੀ ਹੈਗੀ ਉਹ ਵੀ ਹੈ ਨਾ, ਤੇ ਕਿਤੇ ਨਾ ਕਿਤੇ ਉਹਨੂੰ ਦੇਖ ਕੇ ਵੀ ਲੱਗਦਾ ਹੈ ਵੀ ਯਾਰ ਇਹ ਸਾਡਾ ਪੰਜਾਬ ਕਿੱਧਰ ਨੂੰ ਜਾ ਰਿਹਾ। ਦੇਖੋ ਲੁਧਿਆਣੇ ਦੀ ਜਦੋਂ ਗੱਲ ਕਰਦੇ ਆ ਨਾ, ਤਾਂ ਲੁਧਿਆਣਾ, ਜੇ ਅਸੀਂ ਪਹਿਲਾਂ ਟੈਕਸਸ ਦੀ ਗੱਲ ਕੀਤੀ ਆ ਨਾ, ਤੇ ਇਹ ਪੰਜਾਬ ਦਾ ਟੈਕਸਸ ਆ, ਕੱਪੜੇ ਦਾ ਇੰਨਾ ਉਦਯੋਗ ਹੈ, ਮੈਨਚੈਸਟਰ ਆਫ ਪੰਜਾਬ ਕਿਹਾ ਜਾਂਦਾ। ਹਾਂ, ਮੈਨਚੈਸਟਰ ਆਫ ਪੰਜਾਬ ਕਹਿੰਦੇ ਆ ਜੀ। ਤੇ ਇਸੇ ਤੱਕੇ ਨਾਲ ਨਾ ਜਦੋਂ ਖਬਰ ਆਉਂਦੀ ਹੈ ਇਸ ਚੀਜ਼ ਦੀ, ਕੋਈ
ਇਦਾਂ ਦੀ ਖਬਰ ਆਵੇ ਤਾਂ ਉਹ ਫੈਲ ਜਾਂਦੀ ਹੈ ਜੀ। ਲੁਧਿਆਣਾ ਦੇ ਵਿੱਚ ਥੱਲੇ ਉਹਦਾ ਆਪਦਾ ਪੁੱਤ ਰਹਿੰਦਾ ਆ ਆਪਦੀ ਘਰ ਵਾਲੀ ਦੇ ਨਾਲ ਸੁੱਤਾ ਹੋਇਆ, ਤੇ ਉੱਪਰ ਇਹ ਦੋਵੇਂ ਤੀਵੀਂ ਆਦਮੀ ਰਹਿੰਦੇ ਨੇ ਜੀ। ਤੇ ਜਿਹੜਾ ਇੱਕ ਬਜ਼ੁਰਗ ਹੈ ਉਹ ਸਕੂਲ ਵੀ ਚਲਾਉਂਦਾ ਆ। ਅੱਛਾ। ਹੈ ਨਾ, ਤੇ ਰਿਸ਼ਤੇਦਾਰ ਨੇ ਇਹ ਮਰਵਾ ਦਿੱਤੇ ਤੇ ਪਤਾ ਲੱਗਦਾ ਜੀ ਉੱਪਰ ਤੋਂ 2 ਲਾਸ਼ਾਂ ਪਈਆਂ, ਕਿਉਂਕਿ ਥੱਲੇ ਤੀਸਰੀ ਮੰਜ਼ਲ ਤੇ ਉਹ ਆਪ ਰਹਿੰਦੇ ਸੀਗੇ, ਥੱਲੇ ਨਿਆਣੇ ਉਹਨਾਂ ਦੇ ਰਹਿੰਦੇ ਆ। ਤੇ ਹੁਣ ਪਤਾ ਨਹੀਂ ਲੱਗਦਾ, ਜਦੋਂ ਕਈ ਵਾਰ ਹੁੰਦਾ ਵੀ ਚਲੋ ਸਕੂਲ ਚਲਾਉਂਦੇ, ਸ਼ਾਇਦ ਸਕੂਲ ਚਲੇ ਗਏ ਹੋਣਗੇ, ਸ਼ਾਮਾਂ ਨੂੰ ਦੇਖਿਆ ਤੇ ਫਿਰ ਪਤਾ ਲੱਗਿਆ ਕਿ ਦੋਹਾਂ ਦੀ ਲਾਸ਼ਾਂ ਪਈਆਂ ਅਲੱਗ-ਅਲੱਗ, ਕੋਈ ਕਿਚਨ 'ਚ ਪਈ, ਕੋਈ ਕਿਤੇ ਪਈ। ਫਿਰ ਅੱਜ ਖੁਲਾਸਾ ਹੋ ਗਿਆ, ਕਹਿੰਦੇ ਜੀ ਕਿਸੇ ਰਿਸ਼ਤੇਦਾਰ ਨੇ ਹੀ ਮਰਵਾਏ ਸੀਗੇ, ਕੋਈ ਝਗੜਾ ਪ੍ਰਾਪਰਟੀ ਨੂੰ ਲੈ ਕੇ ਸੀਗਾ, ਖੁੰਦਕਬਾਜ਼ੀ ਨੂੰ ਲੈ ਕੇ ਸੀਗਾ, ਇਹ ਸਾਹਮਣੇ ਆਉਂਦਾ ਤੇ ਬੜੀ ਮੰਦਭਾਗੀ ਗੱਲ ਹੈ। ਇਦਾਂ ਦੀਆਂ ਜਿਹੜੀਆਂ ਵਾਰਦਾਤਾਂ ਨੇ ਖੈਰਾ ਸਾਹਿਬ, ਕਿੱਦਾਂ ਇਹਦੇ ਉੱਤੇ ਠੱਲ ਪਾਈ ਜਾਵੇ? ਕੀ ਸਰਕਾਰਾਂ ਕੀ ਕਰਨ, ਜਾਂ ਫਿਰ ਪੁਲਿਸ ਵਾਲਿਆਂ ਦੀ ਕੋਈ ਨਾ ਕੋਈ ਕੁਤਾਹੀ ਹੁੰਦੀ ਆ, ਕਿਸੇ ਦੀ ਮਿਲੀ ਭੁਗਤ ਹੁੰਦੀ ਆ? ਕਿ ਪੰਜਾਬ ਦੇ ਵਿੱਚ ਦੇਖੋ ਇੱਕ ਗੱਲਾਂ ਤਾਂ ਹੈ ਕਿ ਪਿਛਲੇ 6 ਮਹੀਨਿਆਂ ਦੇ ਉੱਤੋਂ ਇਦਾਂ ਦੀਆਂ ਵਾਰਦਾਤਾਂ ਬਹੁਤ ਹੀ ਹੋਣ ਡੀਆਂ ਜੀ। ਜਦੋਂ ਕਹਿੰਦੇ ਨਾ ਲਾ ਐਂਡ ਆਰਡਰ ਮੇਨਟੇਨ ਕਰਨਾ, ਮੈਂ ਇਹ ਨਹੀਂ ਕਹਿੰਦਾ ਕਿ ਇਹ ਸਰਕਾਰ ਆਈ ਹੈ ਨਾ ਉਹ ਤਾਂ ਹਲੇ ਜੁਮਾ 2.5 ਮਹੀਨਾ 2.5 ਮਹੀਨੇ ਹੋਏ ਆ ਜੀ, ਤੇ ਇਹ ਸਰਕਾਰ ਦੀ ਨਹੀਂ ਗੱਲ ਪਿਛਲੀ ਸਰਕਾਰ ਦੇ ਵਿੱਚ ਵੀ ਇਦਾਂ ਹੀ ਹੋਣ ਡਿਆ ਸੀ। ਸੋ ਇਹ ਕਿਤੇ ਨਾ ਕਿਤੇ ਕੜੀ ਸਮਝਣੀ ਚਾਹੀਦੀ ਹੈ, ਲਾਅ ਐਂਡ ਆਰਡਰ ਥੋੜਾ ਸਟ੍ਰਿਕਟ ਹੋਣਾ ਚਾਹੀਦਾ, ਲੋਕਾਂ ਨੂੰ ਪਤਾ ਲੱਗੇ ਵੀ ਬਈ ਐਦਾਂ ਨਹੀਂ, ਐਵੇਂ ਨਹੀਂ ਕਿਸੇ ਨੂੰ ਜਿਹੜਾ ਹੱਥ ਪਾ ਲਈਦਾ। ਦੂਸਰੇ ਬੰਨੇ ਅੱਜ ਚੰਗੀ ਖਬਰ ਵੀ ਪੜ੍ਹੀ ਆ ਮੈਂ, ਇਲਾਹਾਬਾਦ ਦੇ ਵਿੱਚ ਜਿਹੜੇ ਸੀਗੇ 11 ਸਿੱਖ ਨੌਜਵਾਨ ਉਹਨਾਂ ਨੂੰ ਮਾਰ ਦਿੱਤਾ ਸੀ 1991 ਦੇ ਵਿੱਚ ਜੀ। ਕਹਿੰਦੇ ਹੁੰਦੇ ਨਾ ਕਿ ਉਸ ਸਮੇਂ ਸਾਡੇ ਇੱਥੇ ਰੌਲਿਆਂ ਦੇ ਦਿਨ ਸੀਗੇ ਜੀ, ਉਹਨਾਂ ਨੂੰ ਅੱਤਵਾਦੀ ਸਮਝ ਕੇ ਗੋਲੀ ਮਾਰ ਦਿੱਤੀ, ਤੇ 34 ਪੁਲਿਸ ਵਾਲੇ ਜਿਹੜੇ ਸੀਗੇ ਉਹਦੇ ਵਿੱਚ ਸੰਦਿਗਧ ਸੀਗੇ ਪਾਏ ਗਏ ਜੀ। ਉਹਨਾਂ ਨੂੰ ਕੋਰਟ ਨੇ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸ਼ੱਕੀ ਹਾਲਤ ਦੇ ਵਿੱਚ। ਹਾਂ, ਸੋ ਜਿਹੜੇ 34 ਦੇ 34 ਹੁਣ ਕਾਂਸਟੇਬਲ ਸੀਗੇ ਉਹਨਾਂ ਨੂੰ ਜ਼ਮਾਨਤ ਨਹੀਂ ਮਿਲੀ। ਮੈਨੂੰ ਲੱਗਦਾ ਜਿੱਤ ਹੈ, ਕਿਉਂਕਿ 11 ਲੋਕਾਂ ਦੇ ਨਾਲ ਕਈ 11 ਪਰਿਵਾਰ ਜੁੜੇ ਹੋਣੇ ਜੀ, ਕਈ ਸਿੱਖ ਪਰਿਵਾਰ ਜੁੜੇ ਹੋਣੇ ਆ। ਕਿਉਂਕਿ ਹੁਣ ਆਪਾਂ ਉੱਠ ਕੇ ਆ ਜਾਂਦੇ ਘਰੋਂ, ਆਪਣੀ ਮਾਂ ਆ, ਭੈਣ ਆ, ਭਰਾ ਆ, ਬਿਲਕੁਲ ਭੂਆ, ਫੁੱਫੀਆਂ, ਚਾਚੇ, ਤਾਏ, ਮਾਮੇ, ਕਿੰਨੇ ਰਿਸ਼ਤੇ ਜੁੜਦੇ। ਹਾਲਾਂਕਿ आजकल हमारे एक तो हम दो तो हमारा एक ना बड़े सारे रिश्ते खोले साढ़े कोले, भूआ, मासी, मामे, न्याणा नूं घट्टे मिलते हुण, पर फिर भी रिश्ते ਤਾਂ ਜੁੜੇ ਆ ਜੀ। ਸੋ ਮੈਨੂੰ ਲੱਗਦਾ ਕਿ ਉਹਨਾਂ ਦੇ ਲਈ ਇੱਕ ਸੁੱਖ ਦੀ ਖਬਰ ਹੈ। ਹਰ ਬੰਦਾ ਇੱਕ ਦੂਜੇ ਦੇ ਨਾਲ ਜੁੜਿਆ ਹੋਇਆ ਹੈ ਨਾ। ਸੋ ਆਪਾਂ ਵੀ ਜਿਹੜਾ ਹੈ ਉਹ ਆਪਣੇ ਦਰਸ਼ਕਾਂ ਨੂੰ ਇੱਕ ਭਾਈਚਾਰਕ ਸੰਦੇਸ਼ ਦੇ ਕੇ ਇਸ ਪ੍ਰੋਗਰਾਮ ਨੂੰ ਵਾਈਂਡ ਅਪ ਕਰਨਾ ਆ, ਇਹਨੂੰ ਆਪਾਂ ਨਾ ਸਮਾਪਨ ਕਰਨਾ ਆ। ਸੋ ਪੰਜਾਬ ਦਾ ਜਿਹੜਾ ਭਾਈਚਾਰਾ ਤੇ ਅਮਰੀਕਾ ਵਾਸਤੇ ਤਾਂ ਆਪਾਂ ਅਰਦਾਸ ਕਰਦੇ ਹੀ ਰਹਿੰਦੇ ਆ। ਮਤਲਬ ਦੁਨੀਆ ਦੇ ਵਿੱਚ ਜਿੱਥੇ ਕਿਤੇ ਵੀ ਕੋਈ ਵੀ ਵਸਦਾ ਹੈਗਾ ਆ, ਉਹਦੇ ਵਾਸਤੇ ਅਸੀਂ ਸਰਬੱਤ ਦੇ ਭਲੇ ਦੀ ਅਰਦਾਸ ਹੀ ਕਰ ਸਕਦੇ ਆ। ਉਹ ਜਿਉਂਦਾ ਵਸਦਾ ਰਹੇ, ਖੁਸ਼ ਰਹੇ, ਆਬਾਦ ਰਹੇ, ਆਪਣੀ ਜ਼ਿੰਦਗੀ ਦੇ ਵਿੱਚ ਉਹ ਮਿਹਨਤ ਕਰੇ, ਅੱਗੇ ਵਧੇ ਤੇ ਸਫਲ ਹੋਵੇ, ਪਰ ਆਪਣਿਆਂ ਦੇ ਨਾਲ ਜੁੜਿਆ ਰਹੇ। ਇਹੀ ਮੁਹੱਬਤ ਦਾ ਪੈਗਾਮ ਅਸੀਂ ਦੇ ਸਕਦੇ ਹਾਂ। ਸੋ ਖੈਰਾ ਸਾਹਿਬ, ਕਰੰਟ ਨਿਊਜ਼ ਐਂਡ ਵਿਊਜ਼ ਦਾ ਜਿਹੜਾ ਸਮਾਂ ਆ ਮੈਨੂੰ ਲੱਗਦਾ ਹੁਣ ਸਮਾਪਤੀ ਵੱਲ ਜਾ ਰਿਹਾ। ਜਾਂਦੇ ਜਾਂਦੇ 2 ਲਫ਼ਜ਼ ਕੋਈ 2 ਲਫ਼ਜ਼ ਤੁਸੀਂ ਬੜੇ ਸੋਹਣੇ ਕਹਿ ਰਹੇ ਨੇ। ਮੈਨੂੰ ਲੱਗਦਾ ਤੁਸੀਂ ਕੋਈ ਗੱਲ ਸੁਣਾ ਦਿਓ ਤੇ ਬਹੁਤ ਚੰਗੀ ਗੱਲ ਆ, ਜਿਵੇਂ ਤੁਸੀਂ ਸ਼ੋਅ ਤੋਂ ਪਹਿਲਾਂ ਸੁਣਾਉਂਦੇ ਹੋ ਜੀ। ਜਦੋਂ ਗੱਲਾਂ ਵਿੱਚੋਂ ਗੱਲ ਨਿਕਲਦੀ ਹੈ ਨਾ, ਤੇ ਗੱਲ ਇਹੀ ਹੈ ਵੀ ਆਪਾਂ ਨੂੰ ਰਹੀਏ ਇੱਕ ਮਹੱਲੇ ਵੇ, ਪਰ ਫਿਰ ਵੀ ਇਕੱਲੇ ਇਕੱਲੇ ਵੇ, ਹੈ ਨਾ। ਸੋ ਇਕੱਲੇ ਇਕੱਲੇ ਨਹੀਂ ਰਹਿਣਾ, ਹੁਣ ਆਪਾਂ ਇਕੱਠੇ ਮਿਲ ਕੇ ਰਹਿਣਾ ਆ। ਤੇ ਸਮੇਂ ਦੀ ਨਜ਼ਾਕਤ ਇਹੀ ਕਹਿੰਦੀ ਆ ਵੀ ਹੁਣ ਸਾਨੂੰ ਚੱਲਣਾ ਚਾਹੀਦਾ, ਕਿਉਂਕਿ ਸਮਾਂ ਸਮਰੱਥ ਹੈ ਜੀ। ਟਾਈਮ ਦੀ ਗੱਲ, ਟਾਈਮ ਦੇ ਮੇਲੇ ਨੇ। ਜੇ ਤੇਰੇ ਕੋਲ ਹੈ ਨਹੀਂ ਟਾਈਮ, ਯਾਰ ਕਿਹੜਾ ਵਿਹਲੇ ਨੇ। ਚਲੋ ਕੰਮ ਸਾਡੇ ਦਰਸ਼ਕਾਂ ਨੂੰ ਵੀ ਹੋਣਾ ਆ, ਆਪਾਂ ਉਹਨਾਂ ਨੂੰ ਫੜ ਕੇ ਬੈਠੇ ਰਹੀਏ ਉਹ ਵੀ ਜ਼ਰੂਰੀ ਨਹੀਂ। ਸੋ ਹੁਣ ਆਪਾਂ ਚੱਲੀਏ ਫਿਰ ਖੈਰਾ ਸਾਹਿਬ, ਲੈ ਲਈਏ ਇਜਾਜ਼ਤ। ਸੋ ਦਰਸ਼ਕੋ, ਤੁਸੀਂ ਦੇਖਦੇ ਰਹੋ ਪੰਜਾਬ ਮੇਲ USA TV, ਤੇ ਮੈਂ ਗਗਨਦੀਪ ਸੌਂਦੀ ਤੇ ਮੇਰੇ ਨਾਲ ਖੈਰਾ ਸਾਹਿਬ ਨੂੰ ਦਿਓ ਇਜਾਜ਼ਤ। ਸੋ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।